स्वागत। देश विदेश में बैठे सारे दर्शकों का बहुत बहुत स्वागत करते हैं उन्होंने अपने प्रोग्राम गल्लां ते गीत दे विच। मैं मेघा। ਜਦੋਂ ਅਸੀਂ ਬਿਮਾਰ ਹੁੰਨੇ ਆ ਤੇ ਹਰ ਸੰਭਵ ਕੋਸ਼ਿਸ਼ ਕਰਦੇ ਆ ਆਪਣੇ ਆਪ ਨੂੰ ਠੀਕ ਕਰਨ ਦੀ। ਅਸੀਂ ਵੱਖ-ਵੱਖ ਪੈਥੀਆਂ ਦਾ ਸਹਾਰਾ ਲੈਂਦੇ ਆ ਤੇ ਹੋਮਿਓਪੈਥੀ ਦੀ ਜੇ ਗੱਲ ਕਰੀਏ ਤੇ ਵੱਖ-ਵੱਖ ਪੈਥੀਆਂ ਦੇ ਵਿੱਚ ਹੋਮਿਓਪੈਥੀ ਵੀ ਇੱਕ ਹੈ ਤੇ ਅੱਜ ਹੋਮਿਓਪੈਥੀ ਕਿਸੇ ਪਹਿਚਾਨ ਦੀ ਮੁਹਤਾਜ ਨਹੀਂ ਹੈ। ਹਰ ਕੋਈ ਹੋਮਿਓਪੈਥੀ ਬਾਰੇ ਜਾਣਦਾ ਹੈ ਤੇ ਮੈਂ ਹੋਮਿਓਪੈਥੀ ਦੀ ਹੀ ਗੱਲ ਇਸ ਲਈ ਸ਼ੁਰੂ ਕੀਤੀ ਕਿਉਂਕਿ ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਵਰਲਡ ਹੋਮਿਓਪੈਥੀ ਡੇ ਮਨਾਇਆ ਜਾ ਰਿਹਾ ਹੈ ਤੇ ਅੱਜ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਵੀ ਇਸੇ ਵਿਸ਼ੇ ਤੇ गलबात करांगे कि होम्योपैथी की है, होम्योपैथी किस तरह कारगर है, किस तरह असर करती है ते वख-वख मिथ जिहड़े होम्योपैथी नूं लैके है ਉਹਦੇ बारे भी गलबात होएगी। ਤੇ ਗੱਲਬਾत ਕਰਨ ਲਈ ਅੱਜ ਵਰਲਡ ਹੋਮਿਓਪੈਥੀ ਡੇ ਤੇ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਡਾਕਟਰ ਕੰਗਨਾ। ਬਹੁਤ ਬਹੁਤ ਇਹਨਾਂ ਦਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ। ਥੈਂਕ ਯੂ ਮੇਘਾ ਜੀ ਮੈਨੂੰ ਇਸ ਪਲੇਟਫਾਰਮ ਤੇ ਬੁਲਾਉਣ ਦੇ ਲਈ ਤਾਂ ਕਿ ਮੈਂ ਲੋਕਾਂ ਤੱਕ ਹੋਮਿਓਪੈਥੀ ਬਾਰੇ ਥੋੜੀ ਇਨਫੋਰਮੇਸ਼ਨ ਪਹੁੰਚਾ ਸਕਾਂ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਕੰਗਨਾ ਹੋਮਿਓਪੈਥੀ ਡਾਕਟਰ ਨੇ ਤੇ ਅੱਜ ਵਰਲਡ ਹੋਮਿਓਪੈਥੀ ਡੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਇਹੀ ਤੁਹਾਡੇ ਤੋਂ ਜਾਣਦੇ ਹਾਂ ਕਿ ਹੋਮਿਓਪੈਥੀ ਹੈ ਕੀ। ਹਾਂਜੀ ਮੈਂ ਇਹ ਦੱਸਣਾ ਚਾਹਾਂਗੀ ਤੁਹਾਨੂੰ ਕਿ ਹੋਮਿਓਪੈਥੀ ਜਿੱਦਾਂ ਸਾਰੇ ਲੋਕਾਂ ਦੇ ਵਿੱਚ ਇਹ ਇੱਕ ਮਿਥ ਹੈ ਕਿ ਇਹ ਮਿੱਠੀਆਂ ਗੋਲੀਆਂ ਨੇ। ਹੋਮਿਓਪੈਥੀ ਸਿਰਫ ਇੱਕ ਮਿੱਠੀਆਂ ਗੋਲੀਆਂ ਨਹੀਂ ਨੇ, ਇਹਦੇ ਵਿੱਚ ਲਿਕੁਇਡ ਮੈਡੀਸਿਨਸ ਹੁੰਦੀਆਂ ਨੇ ਤੇ ਇਹ ਬੇਸ ਕਿਸ ਲਾਅ ਤੇ ਹੈ, ਲਾਅ ਆਫ ਸਿਮਿਲੀਆ ਸਿਮਿਲੀਬਸ ਕਿਊਰੈਂਟੋਰ। ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਬਾਕੀ ਪੈਥੀਸ ਦੇ ਵਿੱਚ ਤੁਹਾਨੂੰ ਮੰਨ ਲਓ ਕਿ ਤੁਹਾਨੂੰ ਲੂਜ਼ ਸਟੂਲ ਹੋ ਗਏ ਤਾਂ ਤੁਹਾਨੂੰ ਇੱਦਾਂ ਦੀਆਂ ਮੈਡੀਸਿਨਸ ਦੇਣਗੇ ਜਿਹਦੇ ਨਾਲ ਤੁਹਾਡਾ ਡਾਇਰੀਆ ਰੁਕੇਗਾ, ਤੁਹਾਡੇ ਇੰਟੈਸਟਾਈਨ ਦੇ ਪੈਰੀਸਟਾਲਟਿਕ ਮੂਵਮੈਂਟਸ ਰੁਕਣਗੇ। ਮਤਲਬ ਤੁਹਾਨੂੰ ਐਂਟੀ ਮੈਡੀਸਿਨਸ ਦਿੱਤੀਆਂ ਜਾਂਦੀਆਂ ਨੇ। ਜੇ ਤੁਹਾਡੀ ਕਿਤੇ ਪੇਨ ਹੋ ਰਹੀ ਹੈ ਤਾਂ ਉਹ ਪੇਨ ਨੂੰ ਸਪਰੈਸ ਕਰਨ ਦੇ ਲਈ ਮੈਡੀਸਿਨਸ ਦਿੱਤੀਆਂ ਜਾਣਗੀਆਂ। ਬਟ ਹੋਮਿਓਪੈਥੀ ਕੀ ਹੈ, ਇਹਦੇ ਵਿੱਚ ਤੁਹਾਨੂੰ ਉੱਦਾਂ ਦੀਆਂ ਹੀ ਮੈਡੀਸਿਨਸ ਦਿੱਤੀਆਂ ਜਾਣਗੀਆਂ ਜਿੱਦਾਂ ਦੇ ਤੁਹਾਡੀ ਬਾਡੀ ਦੇ ਵਿੱਚ ਸਿੰਪਟਮਸ ਆ ਰਹੇ ਆ, ਲਾਈਕ ਸਿਮਿਲਰ ਮੈਡੀਸਿਨਸ ਦਿੱਤੀਆਂ ਜਾਣਗੀਆਂ। ਜੇ ਤੁਹਾਨੂੰ ਲੂਜ਼ ਸਟੂਲ ਹੈ, ਵਾਟਰੀ ਸਟੂਲ ਹੈ ਤਾਂ ਸਾਡੇ ਵਿੱਚ ਉਹੀ ਮੈਡੀਸਿਨ ਦਿੱਤੀ ਜਾਏਗੀ ਜਿਹਦੇ ਸਿੰਪਟਮਸ ਦੇ ਵਿੱਚ ਲੂਜ਼ ਐਂਡ ਵਾਟਰੀ ਡਾਇਰੀਆ ਹੋਏਗਾ। ਤਾਂ ਇਹ ਬੇਸ ਹੈ ਸਿਮਿਲਰ ਸਿੰਪਟਮਸ ਦੇ ਉੱਪਰ। ਇਹ ਸਾਡੀ ਹੋਮਿਓਪੈਥੀ ਹੈ। ਇਹ ਹੋਮਿਓਪੈਥੀ ਇਨਵੈਂਟ ਹੋਈ ਸੀਗੀ ਜਰਮਨੀ ਦੇ ਵਿੱਚ ਤੇ ਉੱਥੋਂ ਇਹ ਹੌਲੀ ਹੌਲੀ ਚੱਲਦੇ ਹੋਏ ਸਾਡੇ ਇੰਡੀਆ ਦੇ ਵਿੱਚ ਆਈ ਹੈ ਤੇ ਅੱਜ ਦੀ ਡੇਟ ਦੇ ਵਿੱਚ ਇਹ ਵਰਲਡ ਵਾਈਡ ਬਹੁਤ ਫੇਮਸ ਹੈ। ਕਿਸੇ ਨੂੰ ਹੋਮਿਓਪੈਥੀ ਦੱਸਣ ਦੀ ਹੁਣ ਜ਼ਰੂਰਤ ਨਹੀਂ ਪੈਂਦੀ। ਬਿਲਕੁਲ ਬਿਲਕੁਲ, ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਮੈਂ ਗੱਲ ਕੀਤੀ ਕਿ ਹੁਣ ਹੋਮਿਓਪੈਥੀ ਨੂੰ ਅਸੀਂ ਸਾਰੇ ਹੀ ਜਾਣਦੇ ਹਾਂ ਤੇ ਸਾਰੇ ਹੀ ਅਪਣਾਉਂਦੇ ਹਾਂ, ਹੈ ਨਾ। ਤੇ ਗੱਲਬਾਤ ਹੋਰ ਵੀ ਅੱਗੇ ਹੋਮਿਓਪੈਥੀ ਬਾਰੇ ਕਰਾਂਗੇ, ਪਰ ਜਿਸ ਤਰ੍ਹਾਂ ਅੱਜ ਵਰਲਡ ਹੋਮਿਓਪੈਥੀ ਡੇ ਹੈ ਪੂਰੇ ਵਿਸ਼ਵ ਭਰ ਦੇ ਵਿੱਚ ਅੱਜ ਦਾ ਇਹ ਜਿਹੜਾ ਦਿਹਾੜਾ ਹੈ ਉਹ ਮਨਾਇਆ ਜਾ ਰਿਹਾ ਹੈ। ਤੇ ਕਿਉਂ ਮਨਾਇਆ ਜਾਂਦਾ ਹੈ ਵਰਲਡ ਹੋਮਿਓਪੈਥੀ ਡੇ? ਦੇਖੋ ਜੀ ਅੱਜ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ 10 ਅਪ੍ਰੈਲ ਹੈ ਤੇ ਵਰਲਡ ਹੋਮਿਓਪੈਥਿਕ ਡੇ ਆਪਾਂ ਸਾਰੇ ਹੀ ਮਨਾ ਰਹੇ ਹਾਂ। ਇਹ ਐਕਚੁਅਲ ਦੇ ਵਿੱਚ ਜਿਹੜੇ ਹੋਮਿਓਪੈਥਿਕ ਦੇ ਇਨਵੈਂਟਰ ਸੀਗੇ ਉਹਨਾਂ ਦਾ ਨਾਮ ਸੀਗਾ ਡਾਕਟਰ ਸੈਮੂਅਲ ਫਰੈਡਰਿਕ ਹੈਨੀਮਨ ਜੀ। ਉਹ ਜਰਮਨ ਦੇ ਇੱਕ ਫਿਜ਼ੀਸ਼ੀਅਨ ਸੀਗੇ, ਐਲੋਪੈਥਿਕ ਫਿਜ਼ੀਸ਼ੀਅਨ ਸੀਗੇ, ਅੰਗਰੇਜ਼ੀ ਦਵਾਈਆਂ ਦੇ ਡਾਕਟਰ ਸੀਗੇ, MBBS MD ਡਾਕਟਰ ਜੀ। ਉਹਨਾਂ ਨੇ ਇਹ ਪੈਥੀ ਇਨਵੈਂਟ ਕੀਤੀ ਜਦੋਂ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਦੇਖਿਆ ਕਿ ਉਸ ਪੈਥੀ ਦੇ ਵਿੱਚ ਉਸ ਦੌਰਾਨ 1755 ਈਸਵੀ ਦਾ ਉਹਨਾਂ ਦਾ ਜਨਮ ਹੈਗਾ। ਉਸ ਦੌਰਾਨ ਜੋ ਵੀ ਮੈਡੀਕੇਸ਼ਨ ਦਾ ਸਿਸਟਮ ਚੱਲਦਾ ਸੀਗਾ ਬਹੁਤ ਹਾਰਸ਼ ਸਿਸਟਮ ਹੁੰਦਾ ਸੀਗਾ, ਲੀਚਿੰਗ ਹੁੰਦੀ ਸੀਗੀ, ਐਨਸਥੀਸੀਆ ਨਹੀਂ ਸੀ ਹੁੰਦਾ ਔਰ ਉਹਨਾਂ ਨੇ ਸਾਰੀਆਂ ਚੀਜ਼ਾਂ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਦੇਖਿਆ ਕਿ ਮੈਡੀਸਿਨਸ ਦੀ ਇੰਨੀਆਂ ਇਫੈਕਟਿਵ ਵੀ ਨਹੀਂ ਹੈਗੀਆਂ ਤਾਂ ਉਹਨਾਂ ਨੇ ਇੱਕ ਨਿਊ ਪੈਥੀ ਇਨਵੈਂਟ ਕੀਤੀ ਜਿਸ ਨੂੰ ਅਸੀਂ ਹੋਮਿਓਪੈਥੀ ਕਹਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਜਰਮਨ ਦੇ ਵਿੱਚ ਇਨਵੈਂਟ ਹੋਈ ਪੈਥੀ ਹੈ। ਇਹ ਕੋਈ ਸਾਡੀ ਦੇਸੀ ਦਵਾਈਆਂ ਨਹੀਂ ਹੈਗੀਆਂ ਕਿਉਂਕਿ ਦੇਸੀ ਉਹ ਚੀਜ਼ ਹੁੰਦੀ ਹੈ ਜਿਹੜੀ ਸਾਡੀ ਆਪਣੇ ਇਲਾਕੇ ਦੀ ਹੋਵੇ, ਆਪਣੀ ਨੇਟਿਵ ਹੋਵੇ, ਉਹ ਹੈਗੀ ਹੈ ਸਾਡੀ ਆਯੁਰਵੈਦਾ। ਹੋਮਿਓਪੈਥੀ ਹੈ ਜਰਮਨ ਦੀ ਪੈਥੀ ਹੈ, ਇੱਕ ਵਿਦੇਸ਼ੀ ਪੈਥੀ ਹੈ। ਤਾਂ ਅੱਜ ਦੇ ਦਿਨ ਅਸੀਂ ਹੋਮਿਓਪੈਥਿਕ ਦਾ ਜਿਹੜਾ ਵਰਲਡ ਹੋਮਿਓਪੈਥਿਕ ਡੇ ਇਸੇ ਲਈ ਮਨਾ ਰਹੇ ਹਾਂ। ਅੱਜ ਉਹਨਾਂ ਦਾ ਬਰਥਡੇ ਹੈ, ਅਸੀਂ ਉਹਨਾਂ ਦੇ ਬਰਥਡੇ ਨੂੰ ਟ੍ਰਿਬਿਊਟ ਕਰਦੇ ਹਾਂ। ਤੇ ਜੇ ਗੱਲ ਇਹ ਕਰੀਏ ਕਿ ਹੋਮਿਓਪੈਥੀ ਜਿਹੜੀ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਕਿਹੜੀ ਬਿਮਾਰੀਆਂ ਲਈ ਪੂਰੀ ਤਰ੍ਹਾਂ ਕਾਰਗਰ ਹੈ? ਦੇਖੋ ਜੀ ਜਿੰਨਾ ਕਿ ਮੈਂ ਪ੍ਰੈਕਟਿਸ ਕੀਤੀ ਹੈ ਜਿਹੜੀ ਹੋਮਿਓਪੈਥਿਕ ਹੈ ਕੋਲਡ ਤੋਂ ਲੈ ਕੇ ਕੈਂਸਰ ਤੱਕ ਕਾਰਗਰ ਹੈ। ਅੱਛਾ, ਹਾਂਜੀ मतलब हर बीमारी हाँ जी हर एक बीमारी चाहे कोई एक्यूट होवे चाहे कोई क्रॉनिक होवे। एक्यूट मीनस कि बुखार, खांसी, रेशा, लूज मोशंस, पेन इदां दी बीमारियां और क्रॉनिक दे विच आ जांदी है साडी एलर्जी आ गई, अस्थमा आ गया, इनफर्टिलिटी आ गई, सर्जरीज दे वाले केसेस आ गए लाइक PCOD आ गया, फाइब्रॉइड्स आ गए या फिर बहुत पुराने टाइम तो कोई स्किन एलर्जी है, कोई दमा है, खांसी है, सारिया बीमारियां दे विच स्किन दी एलर्जी है, सारिया बीमारियां दे विच होम्योपैथी बहुत ज़्यादा कारगर है। ਤੇ ਜੇ ਐਲਰਜੀ ਦੀ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਵੀ ਆਪਣੀ ਗੱਲ ਦੇ ਵਿੱਚ ਜ਼ਿਕਰ ਕੀਤਾ ਐਲਰਜੀ ਦਾ, ਜਦੋਂ ਕਿਸੇ ਵੀ ਤਰ੍ਹਾਂ ਦੀ ਐਲਰਜੀ ਹੁੰਦੀ ਹੈ ਤੇ ਇਹ ਦਿਮਾਗ ਦੇ ਵਿੱਚ ਜ਼ਰੂਰ ਖਿਆਲ ਆਉਂਦਾ ਹੈ ਕਿ ਅਸੀਂ ਹੋਮਿਓਪੈਥੀ ਦਵਾਈ ਲਈਏ ਤੇ ਹੋਮਿਓਪੈਥੀ ਜਿਹੜੀ ਦਵਾਈ ਹੈ ਉਹ ਸਾਡੀ ਐਲਰਜੀ ਨੂੰ ਜੜ ਤੋਂ ਖਤਮ ਕਰੇਗੀ।
ਇਹ ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ? ਦੇਖੋ ਜੀ, ਇਹਦੇ ਵਿੱਚ 100% ਸੱਚਾਈ ਹੈ। ਜੇ ਹੂੰ। ਤੁਸੀਂ ਮੇਰੇ ਮੰਨਣ ਦੇ ਅਕੋਰਡਿੰਗ ਤਾਂ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਹੋਮਿਓਪੈਥੀ ਲੈ ਲਓ ਤਾਂ ਇਹ ਬਹੁਤ ਬੈਟਰ ਰਿਜ਼ਲਟਸ ਦਿੰਦੀ ਹੈ। ਜੀ, 101% ਰਿਜ਼ਲਟਸ ਜਲਦੀ ਦਿੰਦੀ ਹੈ। ਜੇ ਤੁਸੀਂ 5-10 ਸਾਲ ਪਾ ਕੇ ਐਲਰਜੀ ਦੀਆਂ ਬਹੁਤ ਸਾਰੀਆਂ ਮੈਡੀਸਿਨਸ ਖਾ ਕੇ ਸਾਰੇ ਨੁਸਖੇ ਸਭ ਕੁਝ ਕਰਕੇ ਉਹਨੂੰ ਅੱਛੀ ਤਰ੍ਹਾਂ ਸਪਰੈਸ ਕਰਕੇ ਸਾਡੇ ਕੋਲ ਲੈ ਕੇ ਆਏਂਗੇ ਤਾਂ ਥੋੜਾ ਜਿਹਾ ਟਾਈਮ ਲਏਗੀ ਇਹ, ਬਟ ਰਿਜ਼ਲਟ 100% ਇਹ ਦਿੰਦੀ ਹੈ। ਜੀ। ਕਿਸੇ ਵੀ ਤਰ੍ਹਾਂ ਦੀ ਐਲਰਜੀ ਹੋਵੇ ਉਹਦੇ ਵਿੱਚ ਜੀ। ਹੋਮਿਓਪੈਥੀ ਦੇ ਰਿਜ਼ਲਟਸ 101% ਹੈ। ਤੇ ਜਦੋਂ ਕੋਈ ਮਰੀਜ਼ ਤੁਹਾਡੇ ਕੋਲ ਆਂਦਾ ਹੈ ਜਿਹਨੂੰ ਐਲਰਜੀ ਦੀ ਸਮੱਸਿਆ ਹੈ ਤੇ ਕਿੱਥੋਂ ਸ਼ੁਰੂਆਤ ਕੀਤੀ ਜਾਂਦੀ ਹੈ? ਤੇ ਜੇ ਉਹਨੂੰ ਪਤਾ ਵੀ ਨਾ ਹੋਏ ਕਿ ਮੈਂ ਬਿਮਾਰ ਰਹਿਣਾ ਹੈ ਤੇ ਮੈਨੂੰ ਐਲਰਜੀ ਕਿਸ ਚੀਜ਼ ਤੋਂ ਹੈ, ਇਸ ਦੀ ਪਹਿਚਾਣ ਜਿਹੜੀ ਹੈ ਉਹ ਕਿੱਦਾਂ ਕੀਤੀ ਜਾਂਦੀ ਹੈ, ਕਿੱਦਾਂ ਉਹਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ? ਦੇਖੋ, ਸਾਡੇ ਹੋਮਿਓਪੈਥੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੇਸ਼ੈਂਟ ਦੀ ਕੇਸ ਚੈਕਿੰਗ ਬਹੁਤ ਜ਼ਰੂਰੀ ਹੈ, ਜੋ ਕਿ ਅਸੀਂ ਕਰਦੇ ਹਾਂ, ਜਿਸ ਤੋਂ ਕਈ ਲੋਕੀ ਭੱਜਦੇ ਨੇ ਕਿ ਹੋਮਿਓਪੈਥਿਕ ਡਾਕਟਰ ਬਹੁਤ ਜ਼ਿਆਦਾ ਕੁਐਸਚਨਸ ਪੁੱਛਦੇ ਨੇ। ਅਕਸਰ ਇਹ ਕਿਹਾ ਹਾਂਜੀ, ਜਾਂਦਾ ਉਹ ਅਸੀਂ ਪੇਸ਼ੈਂਟ ਦੇ ਫਾਇਦੇ ਦੇ ਲਈ ਹੀ ਪੁੱਛਦੇ ਹਾਂ। ਦੇਖੋ, ਬਿਕੋਜ਼ ਹੋਮਿਓਪੈਥੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ ਹਾਂ, ਇਹ ਕੁਝ ਅਲੱਗ ਪ੍ਰਿੰਸੀਪਲਸ ਤੇ ਚੱਲਦੀ ਹੈ। ਇਹਦੇ ਵਿੱਚ ਸਾਡੀਆਂ ਪਹਿਲਾਂ ਤਾਂ 5000 ਪਲੱਸ 5000 ਤੋਂ ਉੱਪਰ ਸਾਡੇ ਕੋਲ ਮੈਡੀਸਿਨਸ ਨੇ ਔਰ ਸਾਰੀਆਂ ਮੈਡੀਸਿਨਸ ਹਿਊਮਨਸ ਦੇ ਉੱਪਰ, ਇਨਸਾਨਾਂ ਦੇ ਉੱਪਰ ਪ੍ਰੂਵ ਕੀਤੀਆਂ ਹੋਈਆਂ ਨੇ। ਜਿੱਦਾਂ ਬਾਕੀ ਦਵਾਈਆਂ ਜਾਨਵਰਾਂ ਤੇ ਪ੍ਰੂਵਸ ਨੇ, ਐਨੀਮਲਸ ਤੇ, ਇਹ ਸਾਰੀਆਂ ਇਨਸਾਨਾਂ ਤੇ ਪ੍ਰੂਵ ਹੋਈਆਂ ਹੁੰਦੀਆਂ ਨੇ ਔਰ ਹਰ ਇੱਕ ਏਜ ਗਰੁੱਪ ਤੇ, ਹਰ ਇੱਕ ਜੈਂਡਰ ਤੇ, ਹਰ ਇੱਕ ਟਾਈਪ ਆਫ ਪਰਸਨ ਤੇ ਇਹ ਮੈਡੀਸਿਨਸ ਪ੍ਰੂਵ ਕੀਤੀਆਂ ਨੇ। ਜਦੋਂ ਪ੍ਰੂਵਿੰਗ ਕਰਦੇ ਹਾਂ ਅਸੀਂ ਉਸ ਟਾਈਮ ਤੇ ਸਾਨੂੰ ਇੱਕ ਇਨਸਾਨ ਤੋਂ ਇੱਕ ਟੋਟੈਲਿਟੀ ਆਫ ਸਿੰਪਟਮਸ ਮਿਲਦਾ ਹੈ। ਉਹਦੇ ਵਿੱਚ ਸਾਡੇ ਮੈਂਟਲ, ਫਿਜ਼ੀਕਲ ਸਿੰਪਟਮਸ, ਸਿਰ ਤੋਂ ਲੈ ਕੇ ਪੈਰ ਤੱਕ ਦੇ ਸਰੀਰ ਦੇ ਅੰਗਾਂ ਦੇ, ਆਰਗਨਸ ਦੇ, ਸਿਸਟਮਸ ਦੇ, ਸਾਰੇ ਦੇ ਸਿੰਪਟਮਸ ਨਿਕਲ ਕੇ ਆਉਂਦੇ ਨੇ, ਜਿਹਨੂੰ ਅਸੀਂ ਆਪਣੀ ਮੈਡੀਸਿਨਸ ਦੀ ਇੱਕ ਡਰਗ ਪਿਕਚਰ ਬਣਾਈਦਾ। ਜੀ ਜੀ। ਹੁਣ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ ਹੈ, ਮੰਨ ਲਓ ਇੱਕੋ ਬਿਮਾਰੀ ਨਾਲ, ਸਾਡੇ ਅਸਥਮਾ ਦਾ ਕੇਸ ਹੀ ਆਪਾਂ ਲੈ ਕੇ ਚੱਲਦੇ ਹਾਂ ਜੀ, ਜਿੱਦਾਂ ਕਿ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਅਸਥਮਾ ਬਹੁਤ ਕਾਮਨ ਹੈ। ਮੰਨ ਲਓ ਸਾਡੇ ਕੋਲ 10 ਬੱਚੇ ਆਏ ਅਸਥਮਾ ਦੇ, ਕੀ ਅਸੀਂ ਉਹਨਾਂ ਨੂੰ 10 ਨੂੰ ਇੱਕੋ ਹੀ ਮੈਡੀਸਿਨ ਚੱਕ ਕੇ? ਜੀ, ਇਹੀ ਸਵਾਲ ਮੈਂ ਪੁੱਛਣਾ ਸੀ ਕਿ ਅਸਥਮਾ ਦੀ ਗੱਲ ਕਰੀਏ, ਚਾਹੇ ਐਲਰਜੀ ਦੀ ਜਾਂ ਹੋਰ ਵੀ ਕੋਈ ਸਮੱਸਿਆ ਦੀ, ਜੇ ਇੱਕੋ ਤਰ੍ਹਾਂ ਦੀ ਸਮੱਸਿਆ ਲੈ ਕੇ ਤੁਹਾਡੇ ਕੋਲ 4 ਜਾਂ 5 ਮਰੀਜ਼ ਆਉਂਦੇ ਨੇ, ਕਿ ਸਭ ਦੀ ਜਿਹੜੀ ਦਵਾਈ ਹੈ ਉਹ ਇੱਕੋ ਜਿਹੀ ਹੁੰਦੀ ਹੈ? ਨਹੀਂ, ਬਿਲਕੁਲ ਨਹੀਂ। ਜਿਹੜੀ ਪਰਫੈਕਟ ਹੋਮਿਓਪੈਥੀ ਹੈ, ਇੱਕ ਅੱਛੀ, ਮਤਲਬ ਜੋ ਡਾਕਟਰ ਹੈਨੀਮਨ ਜਿਨ੍ਹਾਂ ਦਾ ਅਸੀਂ ਅੱਜ ਬਰਥਡੇ ਮਨਾ ਰਹੇ ਹਾਂ, ਜੋ ਹੋਮਿਓਪੈਥੀ ਉਹਨਾਂ ਨੇ ਇਨਵੈਂਟ ਕੀਤੀ ਸੀ, ਉਹਦੇ ਅਕੋਰਡਿੰਗ ਸਾਰਿਆਂ ਨੂੰ ਇੱਕੋ ਮੈਡੀਸਿਨ ਨਹੀਂ ਜਾ ਸਕਦੀ। ਕਿਉਂਕਿ ਅਸੀਂ ਸਾਰੇ ਦੇ ਸਾਰੇ ਡਿਫਰੈਂਟ ਹੈ, ਅਸੀਂ ਸਾਰੇ ਅਲੱਗ ਹੈ। ਹੋਮਿਓਪੈਥੀ ਬੇਸ ਹੀ ਇੰਡੀਵਿਜੂਅਲਾਈਜੇਸ਼ਨ ਤੇ ਹੈ ਕਿ ਸਾਰਿਆਂ ਦਾ, ਤੁਸੀਂ ਕੁਝ ਸੋਚਦੇ ਹੋ, ਮੈਂ ਕੁਝ ਸੋਚਦੀ ਹਾਂ, ਥਰਡ ਪਰਸਨ ਕੁਝ ਹੋਰ ਸੋਚ ਰਿਹਾ। ਉਸੇ ਤਰੀਕੇ ਨਾਲ ਜਿਹੜੇ ਸਿੰਪਟਮਸ ਨੇ, ਉਹਦੀ ਪ੍ਰੋਬਲਮ ਹੈ, ਮੇ ਬੀ ਇੱਕ ਡਾਇਗਨੋਸਿਸ, ਜਿਹੜਾ ਬਿਮਾਰੀ ਦਾ ਡਾਇਗਨੋਸਿਸ ਹੈ, ਅਸਥਮਾ ਸੇਮ ਹੈ, ਪਰ ਕਿਸੇ ਨੂੰ ਅਸਥਮਾ ਦੇ ਵਿੱਚ ਹੁੰਦਾ ਕੀ ਹੈ, ਖਾਂਸੀ ਬਹੁਤ ਜ਼ਿਆਦਾ ਹੁੰਦੀ ਹੈ, ਸਾਹ ਲੈਣ 'ਚ ਦਿੱਕਤ ਆਉਂਦੀ ਹੈ, ਸੀਟੀਆਂ ਦੀ ਆਵਾਜ਼ ਆਉਂਦੀ ਹੈ, ਬੇਸਿਕਲੀ ਉਹਦੇ ਕਾਮਨ ਸਿੰਪਟਮਸ ਨੇ। ਕਿਸੇ ਨੂੰ ਉਹ ਸਿੰਪਟਮਸ ਰਾਤ ਨੂੰ ਹੋ ਰਹੇ ਆ, ਕਿਸੇ ਨੂੰ ਦਿਨੇ ਹੋ ਰਹੇ ਆ, ਕਿਸੇ ਨੂੰ ਉਹ ਸਿੰਪਟਮਸ ਦੇ ਵਿੱਚ ਰਾਤ ਨੂੰ ਉੱਠ ਕੇ ਬੈਠਣਾ ਪੈਂਦਾ, ਉਹਨੂੰ ਰਿਲੀਫ ਆਉਂਦਾ, ਕਿਸੇ ਨੂੰ ਲੇਟਣ ਨਾਲ ਰਿਲੀਫ ਆਉਂਦਾ। ਇਹ ਸਾਰੇ ਡਿਫਰੈਂਟ, ਸਾਰਿਆਂ ਦੇ ਆਪਣੇ ਆਪਣੇ ਸਬਜੈਕਟਿਵ ਸਿੰਪਟਮਸ ਨੇ। ਇਸੇ ਕਰਕੇ ਸਾਡੀਆਂ ਹੋਮਿਓਪੈਥਿਕ ਮੈਡੀਸਿਨਸ ਵੀ ਡਿਫਰੈਂਟ ਦਿੱਤੀਆਂ ਜਾਣਗੀਆਂ। ਅਸੀਂ ਇਦਾਂ ਨਹੀਂ ਕਰ ਸਕਦੇ ਕਿ 5 ਜਾਂ 10 ਪੇਸ਼ੈਂਟ ਸਾਡੇ ਕੋਲ ਇੱਕੋ ਮੈਡੀਸਿਨ ਪ੍ਰੋਬਲਮ ਦੇ ਨਾਲ ਆ ਗਏ, ਅਸਥਮਾ ਦੇ ਨਾਲ, ਤਾਂ ਅਸੀਂ ਉਹਨਾਂ ਨੂੰ ਅਸਥਮਾ ਦੀਆਂ ਕਾਮਨ ਜਿਹੜੀਆਂ ਸਾਡੀਆਂ ਮੈਡੀਸਿਨਸ ਨੇ ਉਹ ਦੇ ਦਈਏ। ਨਹੀਂ, ਇਹ ਇੱਕ ਗਲਤ ਚੀਜ਼ ਹੈਗੀ ਹੈ। ਜਿੱਦਾਂ ਕਿ ਅੱਜ ਕੱਲ੍ਹ ਹੋ ਰਿਹਾ ਹੈ ਕਿ ਹੋਮਿਓਪੈਥੀ ਦੇ ਵਿੱਚ ਵੀ ਪੇਟੈਂਟਸ ਬਣ ਚੁੱਕੇ ਨੇ, ਜਿੱਦਾਂ 5 ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਅਸਥਮਾ ਦੀਆਂ ਕਾਮਨ ਮੈਡੀਸਿਨਸ ਨੇ 4-5, ਉਹਨਾਂ ਨੂੰ ਮਿਲਾ ਕੇ 2-4 ਵਿੱਚ ਹੋਰ ਪਾ ਕੇ ਇਫੈਕਟਿਵ, ਜਿਹੜੀ ਮੋਸਟ ਇਫੈਕਟਿਵ ਹੈ, ਇੱਕ ਪੇਟੈਂਟ ਇੱਦਾਂ ਡੱਬੀਆਂ ਬੰਦ ਪੈਕਿੰਗ ਦੇ ਵਿੱਚ ਸ਼ੀਸ਼ੀਆਂ ਤਿਆਰ ਕਰ ਦਿੱਤੀਆਂ ਗਈਆਂ ਨੇ, ਆਨਲਾਈਨ ਪਾ ਦਿੱਤੀਆਂ ਗਈਆਂ ਨੇ। ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਹੋਮਿਓਪੈਥਿਕ ਦੇ ਤੋਂ ਜਾ ਕੇ ਇੱਦਾਂ ਕਹਿ ਕੇ ਵੀ ਲੈ ਸਕਦੇ ਹੋ, ਔਰ ਉਹ ਵੇਚ ਵੀ ਰਹੇ ਨੇ। ਉਹ ਚੀਜ਼ ਗਲਤ ਹੈ, ਉਹ ਹੋਮਿਓਪੈਥੀ ਹੈ ਹੀ ਨਹੀਂ ਹੈ। ਉਹ ਤੁਸੀਂ ਉਹ ਲੈ ਲਓ ਜਾਂ ਐਲੋਪੈਥੀ ਲੈ ਲਓ ਜਾਂ ਕੋਈ ਹੋਰ ਵੀ ਪੈਥੀ 'ਚ ਚਲੇ ਜਾਓ, ਉਹ ਸੇਮ ਹੈ, ਤਾਂ ਉਹ ਰਿਜ਼ਲਟ ਉਹਨੇ ਨਹੀਂ ਆਉਣਗੇ। ਉਹਦੇ ਮੇ ਬੀ ਉਹਦੇ ਟੈਂਪਰੇਰੀ ਰਿਜ਼ਲਟਸ ਤੁਹਾਨੂੰ ਦੇਗੀ ਉਹ, ਬਟ ਉਹ ਜਿੱਦਾਂ ਜੋ ਹੋਮਿਓਪੈਥੀ ਜਿਸ ਚੀਜ਼ ਲਈ ਬਣੀ ਸੀਗੀ ਕਿ ਜੜ ਤੋਂ ਅਸੀਂ ਸਮੱਸਿਆ ਨੂੰ ਖਤਮ ਕਰਨਾ ਹੈ, ਰੂਟ ਕਾਜ਼ ਨੂੰ ਖਤਮ ਕਰਨਾ ਹੈ, ਉਹ ਜਿਹੜੇ ਪੇਟੈਂਟਸ ਨੇ, ਉਹ ਦਵਾਈਆਂ ਨੇ, ਉਹ ਰੂਟ ਕਾਜ਼ ਨੂੰ ਕਦੇ ਵੀ ਖਤਮ ਨਹੀਂ ਕਰਨਗੇ। ਮੈਂ ਚੀਜ਼ ਤੁਹਾਨੂੰ ਲਿਖ ਕੇ ਦੇ ਸਕਦੀ ਹਾਂ। ਜੇ ਤੁਸੀਂ ਪ੍ਰੋਬਲਮ ਨੂੰ ਹੋਮਿਓਪੈਥੀ ਦੇ ਨਾਲ ਜੜ ਤੋਂ ਖਤਮ ਕਰਨਾ ਹੀ ਹੈ ਤਾਂ ਤੁਸੀਂ ਸਹੀ ਹੋਮਿਓਪੈਥੀ ਵੱਲ ਜਾਓ, ਔਰ ਸਹੀ ਹੋਮਿਓਪੈਥੀ ਦੇ ਲਈ ਤੁਹਾਨੂੰ ਇੱਕ ਹੋਮਿਓਪੈਥਿਕ ਡਾਕਟਰ ਕੋਲ ਜਾਣਾ ਪਏਗਾ, ਉਹਨੂੰ ਜਾ ਕੇ ਆਪਣਾ ਕੇਸ ਦੇਣਾ ਪਏਗਾ। ਠੀਕ ਹੈ ਜੀ। ਹੁਣ ਆਪਾਂ ਕੇਸ ਤੇ ਵਾਪਿਸ ਉੱਥੇ ਹੀ ਆਉਂਦੇ ਆ ਕਿ ਬਹੁਤ ਜ਼ਿਆਦਾ ਕੁਐਸਚਨਸ ਪੁੱਛਦੇ ਨੇ, ਲੰਬਾ ਕੇਸ ਲੈਂਦੇ ਨੇ, ਉੱਥੇ ਆਉਂਦੇ ਆ। ਦੇਖੋ, ਸਭ ਤੋਂ ਪਹਿਲਾਂ ਤਾਂ ਕੁਝ ਅਸੀਂ ਪੈਕਿਊਲੀਅਰ ਸਿੰਪਟਮਸ ਚੈੱਕ ਕੀਤੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਨੂੰ ਰਾਤ ਨੂੰ ਪ੍ਰੋਬਲਮ ਹੋ ਰਹੀ ਹੈ, ਕਿਸੇ ਨੂੰ ਦਿਨੇ ਪ੍ਰੋਬਲਮ ਹੋ ਰਹੀ ਹੈ। ਜੇ ਕੋਈ ਸਾਨੂੰ ਪੇਸ਼ੈਂਟ ਇੱਦਾਂ ਦੇ ਸਿੰਪਟਮਸ ਦੇ ਦਿੰਦਾ ਹੈ ਤਾਂ ਅਸੀਂ ਬਹੁਤ ਜ਼ਿਆਦਾ ਡਿਟੇਲਸ ਨਹੀਂ ਪੁੱਛਦੇ। ਸੈਕਿੰਡ ਨੰਬਰ ਤੇ ਕੁਝ ਪੈਕਿਊਲੀਅਰ ਸਿੰਪਟਮਸ ਹੁੰਦੇ ਨੇ, ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਗੱਲ ਕਰਾਂਗੀ। ਤੁਹਾਨੂੰ ਫੁੱਲਾਂ ਦੀ ਖੁਸ਼ਬੂ ਅੱਛੀ ਲੱਗਦੀ ਹੈ? ਮੈਨੂੰ ਵੀ ਅੱਛੀ ਲੱਗਦੀ ਹੈ।
ਕੋਈ ਪਰਸਨ ਆਂਦਾ ਉਹ ਕਹਿੰਦਾ ਕਿ ਮੈਨੂੰ ਫੁੱਲਾਂ ਦੀ ਖੁਸ਼ਬੂ ਤੋਂ ਹੈਡੇਕ ਹੁੰਦਾ ਹੈ, ਨੌਜ਼ੀਆ ਹੁੰਦਾ ਹੈ, ਜਾਂ ਫਿਰ ਕੁਝ ਆਂਦੇ ਆ ਕਿ ਅਸੀਂ ਤਾਂ ਜੀ ਬੇਹੋਸ਼ ਹੀ ਹੋ ਜਾਂਦੇ ਆ ਫੁੱਲਾਂ ਦੀ ਖੁਸ਼ਬੂ ਤੋਂ। ਇਹ ਇੱਕ ਉਹਦਾ ਪੈਕਿਊਲੀਅਰ ਇੱਕ ਰੇਅਰ ਸਿੰਪਟਮ ਆ ਗਿਆ। ਜੇ ਸਾਨੂੰ ਕੋਈ ਪੇਸ਼ੈਂਟ ਐਦਾਂ ਦਾ ਸਿੰਪਟਮ ਦੇ ਦਿੰਦਾ ਹੈ ਤਾਂ ਅਸੀਂ ਉਸ ਕੇਸਿਸ ਦੇ ਵਿੱਚ ਸਾਨੂੰ ਕੋਈ ਜ਼ਰੂਰਤ ਹੀ ਨਹੀਂ ਹੈ ਕਿ ਅਸੀਂ ਲੰਬਾ ਚੌੜਾ ਕੇਸ ਟੇਕਿੰਗ ਕਰੀ ਜਾਈਏ, ਨੋ ਨੀਡ। ਉਹਦੇ ਵਿੱਚ ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਇਨ ਕੇਸ ਕੁਝ ਪੇਸ਼ੈਂਟਸ ਐਦਾਂ ਦੇ ਹੁੰਦੇ ਨੇ ਕਿ ਉਹ ਨਹੀਂ ਦੇ ਪਾਉਂਦੇ ਕਿਉਂਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ, ਉਹ ਕਦੇ ਉਹਨਾਂ ਨੇ ਫੀਲ ਹੀ ਨਹੀਂ ਕੀਤੀਆਂ ਹੁੰਦੀਆਂ ਚੀਜ਼ਾਂ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ। ਫਿਰ ਉਹ ਉੱਥੇ ਵਿੱਚ ਸਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਣਾ ਪੈਂਦਾ। ਹਾਂਜੀ ਤੁਹਾਨੂੰ ਕੀ ਹੁੰਦਾ, ਤੁਹਾਨੂੰ ਸਿਰ 'ਚ ਕੀ ਹੁੰਦਾ, ਤੁਹਾਨੂੰ ਪੇਟ 'ਚ ਕੀ ਹੁੰਦਾ, ਤੁਸੀਂ ਕੀ ਸੋਚਦੇ ਹੋ, ਤੁਹਾਨੂੰ ਮਿੱਠਾ ਪਸੰਦ ਆ ਜਾਂ ਨਹੀਂ, ਉਹ ਸਾਨੂੰ ਉਹਨਾਂ ਕੇਸਿਸ ਵਿੱਚ ਜ਼ਰੂਰਤ ਪੈਂਦੀ ਹੈ। ਜਾਂ ਫਿਰ ਜਿੱਦਾਂ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਕਿ ਜਮਾਂਦਰੂ ਪ੍ਰੋਬਲਮ ਹੁੰਦੀ ਹੈ, ਮੈਂਟਲੀ ਰਿਟਾਰਡਡ ਹੈ, ਔਟਿਜ਼ਮ ਦੇ ਬੱਚੇ ਹੈ, ਠੀਕ ਹੈ, ਉਹ ਕੇਸਿਸ ਦੇ ਵਿੱਚ ਸਾਨੂੰ ਇੱਕ ਪ੍ਰੈਗਨੈਂਟ ਲੇਡੀ ਦੀ ਹਿਸਟਰੀ ਪੁੱਛਣੀ ਪੈਂਦੀ ਹੈ ਕਿਉਂਕਿ ਬੱਚਾ ਕੁਝ ਨਹੀਂ ਦੱਸੇਗਾ ਨਿਊਬੋਰਨ। ਉਹਦੇ ਵਿੱਚ ਸਾਨੂੰ ਉਹਦੀ ਡਿਊਰਿੰਗ ਪ੍ਰੈਗਨੈਂਸੀ ਦੀ ਜਰਨੀ ਦੇਖਣੀ ਪੈਂਦੀ ਹੈ ਕਿ ਉਸ ਦੌਰਾਨ ਕੁਝ ਹੋਇਆ ਜਿਹੜਾ ਬੱਚੇ ਤੇ ਇਫੈਕਟ ਆਇਆ। ਮਤਲਬ ਇਹ ਕੇਸ ਟੂ ਕੇਸ ਵੇਰੀ ਕਰਦਾ ਹੈ। ਉਸ ਤੋਂ ਇਲਾਵਾ ਜੇ ਐਕਿਊਟ ਕੇਸ ਆਇਆ ਤਾਂ ਉਹਦੇ ਵਿੱਚ ਵੀ ਸਾਨੂੰ ਐਡੀ ਲੰਬੀ ਕੇਸ ਟੇਕਿੰਗ ਲੈਣ ਦੀ ਜ਼ਰੂਰਤ ਹੀ ਨਹੀਂ ਹੈ। ਮੇਰੇ ਕੋਲ ਜਿੰਨੇ ਵੀ ਐਕਿਊਟ ਕੇਸਿਸ ਆਉਂਦੇ ਨੇ ਮੈਂ ਕਦੇ ਵੀ ਐਡੀ ਲੰਬੀ ਕੇਸ ਟੇਕਿੰਗ ਨਹੀਂ ਲਈਦੀ। ਬਸ ਥੋੜਾ ਜਿਹਾ ਪੁੱਛੀਦਾ, ਸਾਨੂੰ ਆਪਣੇ ਅਕੋਰਡਿੰਗ ਚੀਜ਼ ਮਿਲ ਗਈ, ਅਸੀਂ ਮੈਡੀਸਿਨ ਪ੍ਰਿਸਕ੍ਰਾਈਬ ਕਰੀਦੀ ਹੈ ਔਰ ਪੇਸ਼ੈਂਟ ਠੀਕ ਵੀ ਹੁੰਦੇ ਨੇ। ਯਾਨੀ ਕਿ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਇਹ ਸਵਾਲ ਪੁੱਛਣੇ ਜਿਹੜੇ ਉਹ ਜ਼ਰੂਰੀ ਹੋ ਜਾਂਦੇ ਨੇ। ਹੋਮਿਓਪੈਥੀ ਨੂੰ ਲੈ ਕੇ ਕਈ ਮਿਥ ਵੀ ਨੇ। ਕਿਹਾ ਜਾਂਦਾ ਹੈ ਕਿ ਬਹੁਤ ਸਲੋ ਪ੍ਰੋਸੈਸ ਹੈ, ਬਹੁਤ ਟਾਈਮ ਲੱਗ ਜਾਂਦਾ ਹੈ ਠੀਕ ਹੁੰਦੇ, ਜਾਂ ਅਸਰ ਜਦੋਂ ਅਸੀਂ ਅੱਜ ਮੈਡੀਸਿਨ ਖਾ ਰਹੇ ਹਾਂ ਤੇ 10 ਦਿਨ 15 ਦਿਨ ਜਾਂ ਮਹੀਨੇ ਬਾਅਦ ਅਸਰ ਦਿਖਦਾ ਹੈ। ਕਿੰਨੀ ਕੁ ਸੱਚਾਈ ਹੈ? ਹਾਂ ਜੀ ਬਿਲਕੁਲ ਮੇਘਾ ਜੀ, ਇਹ ਮੈਂ ਵੀ ਬਹੁਤ ਨੋਟਿਸ ਕੀਤਾ। ਮੇਰੇ ਕੋਲ ਬੜੇ ਪੇਸ਼ੈਂਟਸ ਆਉਂਦੇ ਨੇ ਜਿਹੜੇ ਕਈ ਵਾਰੀ ਕੁਝ ਹੋਮਿਓਪੈਥਿਕ ਡਾਕਟਰਸ ਦੇ ਕੋਲੋਂ ਮੈਡੀਸਿਨਸ ਲੰਬੇ ਟਾਈਮ ਤੋਂ ਖਾ ਕੇ ਆਏ ਹੁੰਦੇ ਨੇ ਔਰ ਆ ਕੇ ਕਹਿੰਦੇ ਨੇ ਅਸੀਂ 6 ਮਹੀਨੇ ਖਾਧੀ, ਸਾਲ ਖਾਧੀ, ਸਾਨੂੰ ਕੋਈ ਫਰਕ ਨਹੀਂ ਪਿਆ ਹੈਗਾ। ਇਹਦੇ ਪਿੱਛੇ ਦਾ ਤੁਸੀਂ ਰੀਜ਼ਨ ਜਾਣੋ। ਇਹਦੇ ਪਿੱਛੇ ਹੋਮਿਓਪੈਥੀ ਦਾ ਕਸੂਰ ਨਹੀਂ ਹੈ। ਇਹਦੇ ਵਿੱਚ ਸਾਡੇ ਵਰਗੇ ਮੇਰੇ ਵਰਗੇ ਹੀ ਕਈ ਡਾਕਟਰਸ ਹੋਣੇ ਨੇ ਜਿਹੜੇ ਗਲਤ ਪ੍ਰੈਕਟਿਸ ਕਰ ਰਹੇ ਨੇ ਹੋਮਿਓਪੈਥੀ ਦੇ ਵਿੱਚ ਔਰ ਉਹ ਹੋਮਿਓਪੈਥੀ ਦਾ ਨਾਮ ਹੀ ਖਰਾਬ ਕਰ ਰਹੇ ਨੇ ਇਸ ਵਿੱਚ। ਕਿਉਂਕਿ ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਜੇ ਤੁਸੀਂ ਐਗਜ਼ੈਕਟ ਹੋਮਿਓਪੈਥੀ ਕਰੋਗੇ ਤਾਂ ਉਹਦੇ ਵਿੱਚ ਅਸਰ ਵਿਦਿਨ ਫ੍ਰੈਕਸ਼ਨ ਆਫ ਸੈਕਿੰਡਸ ਆਉਂਦਾ ਹੈ। ਜੀ ਜੀ ਠੀਕ ਹੈ ਜੀ। ਜਿੱਦਾਂ ਹੁਣ ਪੇਨ ਹੋ ਰਹੀ ਹੈ, ਕੱਲ ਦੀ ਗੱਲ ਹੀ ਮੈਂ ਤੁਹਾਨੂੰ ਦੱਸਾਂਗੀ। ਮੇਰਾ ਇੱਕ ਪੇਸ਼ੈਂਟ ਸੀ, ਉਹ ਕੈਨੇਡਾ ਦੇ ਵਿੱਚ ਹੈ, ਉਹਨੂੰ ਗੋਲ ਸਟੋਨ ਦੀ ਪੇਨ ਹੋ ਰਹੀ ਹੈ। ਨਾਰਮਲੀ ਕੀ ਕਿਹਾ ਜਾਂਦਾ ਹੈ ਕਿ ਪਿੱਤੇ ਦੀ ਪੱਥਰੀ ਨਿਕਲਦੀ ਨਹੀਂ ਹੈ ਜੀ, ਇਹਦਾ ਤਾਂ ਆਪਰੇਸ਼ਨ ਹੀ ਕਰਵਾਉਣਾ ਪਏਗਾ ਤੁਹਾਨੂੰ। ਤਾਂ ਉਹਨੂੰ ਉੱਥੇ ਬੈਠੀ ਨੂੰ ਦਰਦ ਹੋਈ ਆ, ਮੈਂ ਉਹਨੂੰ 3 ਮੈਡੀਸਿਨਸ ਭੇਜੀਆਂ ਹੋਈਆਂ ਸੀ। ਮੈਂ ਉਹਨੂੰ ਸਿਰਫ 2 ਲੈਣ ਲਈ ਕਿਹਾ ਔਰ ਮੈਂ ਉਹਨੂੰ ਕਿਹਾ ਕਿ ਤੂੰ 3 ਤੋਂ 4 ਵਾਰੀ ਲੈਣੀ ਹੈ 10-10 ਮਿੰਟ ਦੇ ਗੈਪ ਤੇ। ਤਾਂ ਉਹਦਾ ਮੈਨੂੰ ਉਸ ਤੋਂ ਬਾਅਦ ਰਿਪਲਾਈ ਆਇਆ ਕਿ ਮੈਮ ਮੈਂ ਸਿਰਫ 2 ਵਾਰੀ ਲਿੱਤੀ ਹੈ ਮੈਡੀਸਿਨ ਤੇ ਮੇਰੀ ਪੇਨ ਚਲੀ ਗਈ ਹੈ, ਤੁਹਾਡੀ ਮੈਡੀਸਿਨ ਰੀਅਲੀ ਬਹੁਤ ਇਫੈਕਟਿਵ ਹੈ। ਹੁਣ ਕਿੱਥੇ ਆ ਗਈ ਸਾਡੀ ਗੱਲ? ਸਿਲੈਕਸ਼ਨ ਆਫ ਮੈਡੀਸਿਨ ਤੇ, ਦੂਸਰੇ ਨੰਬਰ ਤੇ ਅਸੀਂ ਉਹਨੂੰ ਰਿਪੀਟੀਸ਼ਨ ਤੇ ਕਿੱਦਾਂ ਦਿੱਤੀ। ਹੁਣ ਕੋਈ ਐਕਿਊਟ ਕੇਸ ਦਾ ਪੇਸ਼ੈਂਟ ਆ ਰਿਹਾ ਤੁਹਾਡੇ ਕੋਲ, ਤੁਸੀਂ ਉਹਨੂੰ ਕਹਿ ਰਹੇ ਹੋ ਜੀ 3 ਟਾਈਮ ਦਵਾਈ ਖਾਈ, ਨਹੀਂ ਠੀਕ ਹੋਏਗਾ। ਇਹ ਇੱਕ ਡਾਕਟਰ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਪੇਸ਼ੈਂਟ ਨੂੰ, ਅਗਰ ਐਕਿਊਟ ਕੇਸ ਹੈ ਤਾਂ ਅਸੀਂ ਉਨੀ ਜਲਦੀ ਰਿਪੀਟ ਕਰਾਂਗੇ ਮੈਡੀਸਿਨ ਤਾਂ ਪੇਸ਼ੈਂਟ ਨੂੰ 5 ਮਿੰਟ 'ਚ ਵੀ ਰਿਲੀਫ ਆਉਂਦਾ ਹੈ, 10 ਮਿੰਟ 'ਚ ਵੀ ਰਿਲੀਫ ਆਉਂਦਾ ਹੈ। ਹੁਣ ਜੇ ਆਪਾਂ ਕ੍ਰੋਨਿਕ ਦੀ ਗੱਲ ਕਰੀਏ, ਕ੍ਰੋਨਿਕ ਕੇਸਿਸ ਦੇ ਵਿੱਚ ਵੀ ਮੇਰੇ ਕੋਲ PCOD, ਫਾਈਬਰੋਇਡਸ, ਪੱਥਰੀਆਂ ਹੋ ਗਈਆਂ, ਐਲਰਜੀ ਹੋ ਗਈ, ਅਸਥਮਾ ਹੋ ਗਿਆ, ਇਹ ਸਾਰੇ ਕੇਸਿਸ ਨੇ ਵਿਦਿਨ 3 ਮੰਥਸ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ। ਕੁਝ ਬਿਲਕੁਲ ਠੀਕ ਹੋ ਜਾਂਦੇ ਨੇ, ਕੁਝ 50% ਠੀਕ ਹੋ ਜਾਂਦੇ ਨੇ। ਡਾਇਬੀਟੀਜ਼ ਦੇ ਕੇਸ ਠੀਕ ਹੋ ਜਾਂਦੇ ਨੇ, ਥਾਇਰਾਇਡ ਦੇ ਕੇਸ ਵਿਦਿਨ 3 to 6 ਮੰਥ ਠੀਕ ਹੋ ਜਾਂਦੇ ਨੇ। ਠੀਕ ਹੈ ਜੀ। ਹੁਣ ਕ੍ਰੋਨਿਕ ਦੇ ਵਿੱਚ ਟਾਈਮ ਇਸ ਲਈ ਲੱਗਦਾ ਹੈ ਬਿਕੋਜ਼ ਉਹ ਡਿਜ਼ੀਜ਼ ਹੀ ਕ੍ਰੋਨਿਕ ਹੋ ਚੁੱਕੀ ਹੈ। ਤੁਸੀਂ 5 ਸਾਲਾਂ ਤੋਂ 7 ਸਾਲਾਂ ਤੋਂ 10 ਸਾਲਾਂ ਤੋਂ ਤੁਹਾਡੀ ਬਾਡੀ ਦੀ ਇਮਿਊਨਿਟੀ ਬਿਲਕੁਲ ਹੀ ਖਤਮ ਹੋ ਚੁੱਕੀ ਹੈ। ਕਿਉਂਕਿ ਹੋਮਿਓਪੈਥੀ ਵਰਕ ਕਿੱਦਾਂ ਕਰਦੀ ਹੈ, ਸਾਡੀ ਹੀ ਬਾਡੀ ਦੀ ਇਮਿਊਨਿਟੀ ਨੂੰ ਹੀ ਜਗਾਉਂਦੀ ਹੈ। ਸਾਡੀ ਹੀ ਬਾਡੀ ਦਾ ਜਿਹੜਾ ਸਿਸਟਮ ਹੈ ਉਹ ਆਪਣਾ ਟਰੈਕ ਤੇ ਆ ਕੇ ਆਪਣਾ ਨਾਰਮਲੀ ਕੰਮ ਕਰਨਾ ਸ਼ੁਰੂ ਕਰਦਾ ਹੈ। ਅਸੀਂ ਬਾਹਰੋਂ ਤਾਂ ਤੁਹਾਨੂੰ ਕੁਝ ਨਹੀਂ ਦੇਣਾ, ਨਾ ਹਾਰਮੋਨਸ ਦੇਣੇ ਹੈ, ਨਾ ਕੋਈ ਐਂਟੀਬਾਇਓਟਿਕਸ ਦੇਣੇ, ਬਾਹਰੋਂ ਕੁਝ ਨਹੀਂ ਦੇਣਾ। ਅਸੀਂ ਸਿਰਫ ਉਹ ਮੈਡੀਸਿਨਸ ਹੀ ਦੇਣੀਆਂ ਹੈ ਜਿਹੜੀਆਂ ਤੁਹਾਡੇ ਅੰਦਰ ਦੇ ਸਿਸਟਮ ਨੂੰ ਹੀ ਰਿਕਵਰ ਕਰਦੀਆਂ ਨੇ, ਠੀਕ ਕਰਦੀਆਂ ਨੇ। ਤੇ ਜਿਹਨੂੰ ਕੋਈ ਵੀ ਸਮੱਸਿਆ ਨਹੀਂ ਹੈ ਪਰ ਉਹ ਇਹ ਚਾਹੁੰਦਾ ਹੈ ਕਿ ਮੇਰੀ ਜਿਹੜੀ ਰੋਗ ਪ੍ਰਤੀਰੋਧਕ क्षमता ਹੈ ਉਹ ਹੋਰ ਮਜ਼ਬੂਤ ਹੋ ਜਾਏ, ਇਮਿਊਨਿਟੀ ਮਜ਼ਬੂਤ ਹੋ ਜਾਏ, ਕੀ ਉਹ ਹੋਮਿਓਪੈਥੀ ਦਾ ਸਹਾਰਾ ਲੈ ਕੇ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦਾ ਹੈ? ਹਾਂਜੀ ਬਿਲਕੁਲ ਕਰ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗੀ ਉਹਨਾਂ ਲੋਕਾਂ ਨੂੰ ਕਿ ਉਹਨਾਂ ਨੂੰ ਡਾਈਟ ਆਪਣੀ ਬਹੁਤ ਅੱਛੀ ਰੱਖਣੀ ਚਾਹੀਦੀ ਹੈ। ਇੱਕ ਸੰਤੁਲਿਤ ਬੈਲੈਂਸ ਡਾਈਟ ਲੈਣ, ਉਹਦੇ ਨਾਲ ਹੀ ਉਹਨਾਂ ਦੀ ਇਮਿਊਨਿਟੀ ਸਹੀ ਰਹੇਗੀ। ਲਾਈਫ ਸਟਾਈਲ ਅੱਛਾ ਰੱਖਣ ਆਪਣਾ, ਜਿੱਦਾਂ ਡੇਲੀ ਵਾਕ ਕਰਨ। ਠੀਕ ਹੈ। ਇਸ ਤੋਂ ਇਲਾਵਾ ਵੀ ਜੇ ਉਹਨਾਂ ਦੀ ਇਮਿਊਨਿਟੀ ਉਹਨਾਂ ਨੂੰ ਲੱਗਦਾ ਹੈ ਕਿ ਡਾਊਨ ਹੈ, ਫਿਰ ਹੋਮਿਓਪੈਥਿਕ ਮੈਡੀਸਿਨਸ ਆਉਂਦੀਆਂ ਨੇ ਸਾਡੇ ਕੋਲ ਕੁਝ, ਕਿਉਂਕਿ ਇਸ
ਦੇ ਵਿੱਚ ਨਾ ਅਸੀਂ ਬੱਚਿਆਂ ਨੂੰ ਬਹੁਤ ਦਈਦੀ ਹੈ, ਜੀ। ਕਿਉਂਕਿ ਬੱਚਿਆਂ ਦੀ ਇਮਿਊਨਿਟੀ ਵੈਸੇ ਹੀ ਬਹੁਤ ਲੋ ਹੁੰਦੀ ਹੈ। ਜੀ। ਜਿਹੜੇ ਵੱਡੇ ਲੋਕੀ ਨੇ ਉਹਨਾਂ ਦੀ ਇਮਿਊਨਿਟੀ ਆਲਰੇਡੀ ਅੱਛੀ ਹੁੰਦੀ ਹੈ, ਉਹ ਤਾਂ ਕੁਝ ਮੈਡੀਸਿਨਸ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਖਾ ਕੇ ਉਹਨਾਂ ਨੇ ਸਪਰੈਸ ਕੀਤੀ ਹੁੰਦੀ ਹੈ, ਬਟ ਬੱਚਿਆਂ ਦੇ ਕੇਸਿਸ ਦੇ ਵਿੱਚ ਅਸੀਂ ਮੋਸਟਲੀ ਇਮਿਊਨਿਟੀ ਬੂਸਟਰ ਡੋਜ਼ਿਸ ਦਈਦੀਆਂ ਨੇ ਔਰ ਲੋਕੀ ਲੈ ਕੇ ਵੀ ਜਾਂਦੇ ਨੇ। ਜੀ, ਤੇ ਬੱਚਿਆਂ ਦੀ ਖਾਸ ਤੌਰ ਤੇ ਤੁਸੀਂ ਗੱਲ ਕੀਤੀ ਤੇ ਪ੍ਰੈਗਨੈਂਸੀ ਤੋਂ ਗੱਲ ਅਸੀਂ ਸ਼ੁਰੂ ਕਰਾਂਗੇ ਕਿ ਜਿੱਦਾਂ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਕੋਈ ਦਿੱਕਤ ਜਾਂ ਕੋਈ ਪਰੇਸ਼ਾਨੀ ਆਂਦੀ ਹੈ ਤੇ ਉਹ ਪੂਰੇ ਆਪਣੇ ਟ੍ਰਾਈਮੈਸਟਰ ਦੇ ਵਿੱਚ ਹੋਮਿਓਪੈਥੀ ਮੈਡੀਸਿਨਸ ਜਿਹੜੀਆਂ ਹੈ ਉਹ ਲੈ ਸਕਦੀਆਂ ਨੇ। ਹਾਂਜੀ ਬਿਲਕੁਲ ਲੈ ਸਕਦੇ ਨੇ, ਬਲਕਿ ਸਿਰਫ ਇਹੀ ਮੈਡੀਸਿਨਸ ਨੇ ਜਿਹੜੀਆਂ ਸੇਫ ਨੇ ਡਿਊਰਿੰਗ ਪ੍ਰੈਗਨੈਂਸੀ। ਸਿਰਫ 3-4 ਮੈਡੀਸਿਨਸ ਇਹੋ ਜਿਹੀਆਂ ਨੇ ਜਿਹੜੀਆਂ ਅਸੀਂ ਨਹੀਂ ਦੇਈਦੀਆਂ, ਇਸੇ ਲਈ ਇੱਕ ਡਾਕਟਰ ਕੋਲ ਹੀ ਜਾ ਕੇ ਲੈਣੀਆਂ ਚਾਹੀਦੀਆਂ ਨੇ ਮੈਡੀਸਿਨਸ, ਬਟ ਇਹ ਬਿਲਕੁਲ ਸੇਫ ਨੇ ਔਰ ਲੋਕੀ ਬਹੁਤ ਯੂਜ਼ ਕਰਦੇ ਨੇ ਇਹਨੂੰ। ਪ੍ਰੈਗਨੈਂਸੀ ਦੇ ਵਿੱਚ ਕਈ ਤਰ੍ਹਾਂ ਦੇ ਸਿੰਪਟਮਸ ਆਉਂਦੇ ਨੇ, ਜਿੱਦਾਂ ਕਿ ਵੋਮਿਟਿੰਗਸ ਹੋ ਗਈਆਂ, ਸਕਿਨ ਇਰੀਟੇਸ਼ਨ ਹੋ ਗਈ, ਜਾਂ ਹੋਰ ਕਈ ਤਰ੍ਹਾਂ ਦੇ ਗੈਸਟ੍ਰਿਕ ਟਰਬਲਸ ਆਉਂਦੀਆਂ ਨੇ। ਉਹ ਸਾਰੇ ਕੇਸਿਸ ਦੇ ਵਿੱਚ ਹੋਮਿਓਪੈਥੀ ਬਹੁਤ ਸੇਫ ਹੈ, ਵਿਦਆਊਟ ਸਾਈਡ ਇਫੈਕਟਸ ਇਹ ਕੰਮ ਕਰਦੀ ਹੈ ਪ੍ਰੈਗਨੈਂਸੀ ਦੇ ਵਿੱਚ। ਤੇ ਜੇ ਪ੍ਰੈਗਨੈਂਸੀ ਦੇ ਵਿੱਚ ਹੋਣ ਵਾਲੀ ਛੋਟੀ ਛੋਟੀ ਜਿਹੜੀ ਸਮੱਸਿਆ ਹੈ, ਚਾਹੇ ਨੌਜ਼ੀਆ ਨੂੰ ਲੈ ਕੇ ਲੈ ਲਈਏ, ਹਾਰਟਬਰਨ ਲੈ ਲਈਏ, ਹੋਰ ਵੀ ਹੋ ਕਈ ਛੋਟੀ ਮੋਟੀ ਸਮੱਸਿਆ, ਉਹ ਸਭ ਦੇ ਵਿੱਚ ਹੋਮਿਓਪੈਥੀ ਉਸਦਾ ਹੀ ਜਲਦੀ ਅਸਰ ਕਰੇਗੀ। ਹਾਂਜੀ, ਇਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਿੱਤਾ ਹੈ। ਜੇ ਤੁਸੀਂ ਪੇਟੈਂਟ ਯੂਜ਼ ਕਰੋਗੇ ਉਹ ਅਸਰ ਨਹੀਂ ਕਰਨਗੇ। ਜੇ ਤੁਸੀਂ ਐਗਜ਼ੈਕਟ ਆਪਣੇ ਅਕੋਰਡਿੰਗ, ਆਪਣੇ ਇੰਡੀਵਿਜੂਅਲਾਈਜੇਸ਼ਨ ਦੇ ਅਕੋਰਡਿੰਗ ਇੱਕ ਡਾਕਟਰ ਕੋਲੋਂ ਜਾ ਕੇ ਮੈਡੀਸਿਨ ਲਓਗੇ ਤਾਂ ਉਹ ਡੈਫੀਨੇਟਲੀ 100% ਅਸਰ ਕਰੇਗੀ ਹੀ ਕਰੇਗੀ। ਤੇ ਇਸੇ ਤਰ੍ਹਾਂ ਜਿੱਦਾਂ ਹੁਣ ਛੋਟਾ ਬੱਚਾ ਹੈ, ਛੋਟੇ ਬੱਚਿਆਂ ਨੂੰ ਵੀ ਬਹੁਤ ਸਾਰੀ ਸਮੱਸਿਆਵਾਂ ਨੇ, ਖਾਸ ਤੌਰ ਤੇ ਛੋਟੇ ਮਤਲਬ 1 ਮਹੀਨੇ ਤੋਂ ਲੈ ਕੇ ਜੇ 1 ਸਾਲ ਤੱਕ ਦੇ ਬੱਚੇ ਦੀ ਗੱਲ ਕਰੀਏ, ਵੱਖ-ਵੱਖ ਸਮੱਸਿਆਵਾਂ ਸ਼ੁਰੂਆਤ ਦੇ ਵਿੱਚ ਹੋ ਜਾਂਦੀਆਂ ਨੇ। ਤੇ ਉਸ ਜਿਹੜੇ ਕੇਸ ਦੇ ਵਿੱਚ ਹੋਮਿਓਪੈਥੀ ਜਿਹੜੇ ਮੈਡੀਸਿਨਸ ਹੈ ਉਹ ਬੱਚਿਆਂ ਲਈ ਵੀ ਪੂਰੀ ਤਰ੍ਹਾਂ ਸੇਫ ਨੇ ਜਾਂ ਬੱਚਿਆਂ ਨੂੰ ਉਨੀ ਜਲਦੀ ਆਰਾਮ ਉਹ ਦਵਾਉਂਦੀਆਂ ਨੇ? ਹਾਂਜੀ ਬਿਲਕੁਲ ਦਵਾਉਂਦੀਆਂ ਨੇ। ਜਿੱਦਾਂ ਆਪਾਂ ਗੱਲ ਕਰੀਏ ਬੱਚਿਆਂ ਦੇ ਵਿੱਚ ਤਾਂ ਇਹ ਪੈਥੀ ਜਿਹੜੀ ਹੋਮਿਓਪੈਥਿਕ ਹੈ ਇਹ ਜ਼ਿਆਦਾ ਫਾਸਟ ਐਕਟਿੰਗ ਹੈ। ਉਹਦਾ ਰੀਜ਼ਨ ਕੀ ਹੈ ਦੇਖੋ ਜੀ, ਕਿਉਂਕਿ ਅੱਜ ਦੀ ਡੇਟ 'ਚ ਸਾਡੀ ਏਜ ਹੈ, ਅਸੀਂ ਬਹੁਤ ਸਾਰੀਆਂ ਚੀਜ਼ਾਂ ਖਾ ਚੁੱਕੇ ਹਾਂ, ਬਹੁਤ ਸਾਰੀਆਂ ਮੈਡੀਸਿਨਸ ਲੈ ਚੁੱਕੇ ਹਾਂ, ਸਾਡੀ ਇਮਿਊਨਿਟੀ ਉੱਥੇ ਨਹੀਂ ਹੈ ਜਿੱਥੇ ਬੱਚਿਆਂ ਦੀ ਹੈ। ਬੱਚੇ ਇੱਕ ਕੋਰਾ ਕਾਗਜ਼ ਹੈ, ਉਹਨਾਂ ਤੇ ਅਸੀਂ ਜੇ ਹੋਮਿਓਪੈਥਿਕ ਸਟਾਰਟਿੰਗ ਤੋਂ ਹੀ ਲਗਾਵਾਂਗੇ ਤਾਂ ਉਹਨਾਂ ਨੂੰ ਹੋਮਿਓਪੈਥੀ ਵਿਦਿਨ ਫਰੈਕਸ਼ਨ ਆਫ ਸੈਕਿੰਡ ਕੰਮ ਕਰਦੀ ਹੈ। 5-5 ਮਿੰਟ ਤੇ ਉਹਨਾਂ ਨੂੰ ਰਿਲੀਫ ਹੋ ਜਾਂਦਾ ਹੈ ਔਰ ਇਸ ਤੋਂ ਅੱਛੀ ਪੈਥੀ ਬੱਚਿਆਂ ਦੇ ਲਈ ਕੋਈ ਹੈ ਹੀ ਨਹੀਂ ਹੈ। ਹੁਣ ਛੋਟੇ ਛੋਟੇ ਬੱਚੇ ਨੇ 2-3 ਸਾਲ ਦੇ ਜਿਨ੍ਹਾਂ ਨੂੰ ਐਡੀਨੋਇਡਸ ਹੋ ਜਾਂਦੇ ਆ, ਟੌਨਸਿਲਾਈਟਿਸ ਹੋ ਜਾਂਦਾ ਉਹਨਾਂ ਨੂੰ, ਔਰ ਉਹਨਾਂ ਨੂੰ ਡਾਕਟਰਸ ਕੀ ਕਹਿ ਦਿੰਦੇ ਨੇ ਕਿ ਸਾਡੇ ਕੋਲ ਇੱਕੋ ਹੀ ਹੱਲ ਹੈ ਦਾ ਜੀ, ਆਪਰੇਟ ਕਰਵਾ ਦਿਓ। ਹੁਣ ਇੰਨੇ ਛੋਟੇ ਬੱਚੇ ਨੂੰ ਕਈ ਲੋਕੀ ਕਰਵਾਉਂਦੇ ਨੇ, ਕਈ ਡਰਦੇ ਨੇ, ਤਾਂ ਉਹ ਡੈਫੀਨੇਟਲੀ ਹੋਮਿਓਪੈਥੀ ਵੱਲ ਜਾ ਸਕਦੇ ਨੇ। ਬਲਕਿ ਅੱਜ ਦੀ ਡੇਟ ਦੇ ਵਿੱਚ ਬਹੁਤ ਐਡਵਾਂਸ ਹੋ ਚੁੱਕੇ ਨੇ ਲੋਕੀ, ਸਮਝਦਾਰ ਹੋ ਚੁੱਕੇ ਨੇ ਲੋਕੀ। ਅੱਜ ਦੀ ਡੇਟ 'ਚ ਨਿਊ ਬੌਰਨ ਬੇਬੀ ਤੋਂ ਹੀ ਹੋਮਿਓਪੈਥੀ ਵੱਲ ਲੈ ਕੇ ਜਾ ਰਹੇ ਨੇ। ਸਾਡੇ ਕੁਝ ਡਾਕਟਰਸ ਇੱਦਾਂ ਨੇ ਹੋਮਿਓਪੈਥੀ ਦੇ, ਮੈਂ ਨਾਮ ਨਹੀਂ ਲਵਾਂਗੀ, ਉਹ ਆਪਣੇ ਬੱਚਿਆਂ ਨੂੰ ਵੈਕਸੀਨੇਸ਼ਨਸ ਵੀ ਨਹੀਂ ਕਰਵਾ ਰਹੇ, ਉਹ ਹੋਮਿਓਪੈਥੀ ਤੇ ਹੀ ਉਹਨਾਂ ਨੂੰ ਬੇਸ ਰੱਖ ਰਹੇ ਹੈਗੇ ਨੇ। ਜੀ ਜੀ ਹਾਂਜੀ। ਤੇ ਗੱਲ ਫਿਰ ਇਹ ਕਰਦੇ ਹਾਂ ਕਿ ਹੋਮਿਓਪੈਥੀ ਨੂੰ ਲੈ ਕੇ ਬਹੁਤ ਮਿਥ ਨੇ, ਜਿੱਦਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਅਸੀਂ, ਤੁਹਾਡੇ ਤੋਂ ਜਿਹੜੇ ਮਿਥ ਹੈ ਉਹ ਵੀ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇੱਕ ਹੋਰ ਜਿਹੜੀ ਗੱਲ ਹੋਏ ਕਿ ਹੋਮਿਓਪੈਥੀ ਮੈਡੀਸਿਨਸ ਜਦੋਂ ਅਸੀਂ ਲੈਣ ਜਾਂਦੇ ਹਾਂ ਤੇ ਕਿਹਾ ਜਾਂਦਾ ਹੈ ਕਿ ਮਿੱਠੀਆਂ ਗੋਲੀਆਂ ਜਿਹੜੀਆਂ ਹੈ ਉਹ ਦਿੱਤੀਆਂ ਜਾਂਦੀਆਂ, ਉਹ ਦੇਖਣ ਦੇ ਵਿੱਚ ਇੱਕੋ ਜਿਹੀਆਂ ਲੱਗਦੀਆਂ, ਤੇ ਕੀ ਉਹ ਇੱਕੋ ਜਿਹੀਆਂ ਹੁੰਦੀਆਂ ਜਾਂ ਫਿਰ ਜਿਹੜੀ ਮਿੱਠੀਆਂ ਗੋਲੀਆਂ ਹੈ ਉਹ ਸ਼ੂਗਰ ਪੇਸ਼ੈਂਟ ਨਹੀਂ ਲੈ ਸਕਦੇ ਕਿਉਂਕਿ ਉਹ ਮਿੱਠੀਆਂ ਹੈ? ਹਾਂਜੀ, ਇਹ ਬਹੁਤ ਵੱਡਾ ਮਿਥ ਹੈ ਸਾਡੇ ਸਾਰਿਆਂ ਦੇ ਵਿੱਚ। ਈਵਨ ਜੇ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ, ਜਦੋਂ ਮੈਂ ਹੋਮਿਓਪੈਥੀ 'ਚ ਐਡਮਿਸ਼ਨ ਲੈਣੀ ਸੀਗੀ +2 ਤੋਂ ਬਾਅਦ ਆਪਣੇ, ਉਸ ਟਾਈਮ ਤੱਕ ਮੈਨੂੰ ਵੀ ਨਹੀਂ ਪਤਾ ਸੀ ਕਿ ਹੋਮਿਓਪੈਥੀ ਐਕਚੁਅਲ ਦੇ ਵਿੱਚ ਹੈ ਕੀ ਹੈ। ਬਟ ਅੱਜ ਦੀ ਡੇਟ ਦੇ ਵਿੱਚ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਾਂਗੀ ਕਿ ਇੱਥੇ ਕਿ ਮੈਂ ਇਸ ਪੈਥੀ ਨੂੰ ਹੀ ਚੂਜ਼ ਕੀਤਾ, ਕਿਉਂਕਿ ਜਿਹੜੀਆਂ ਮਿੱਠੀਆਂ ਗੋਲੀਆਂ ਤੇ ਜੇ ਆਪਾਂ ਆਈਏ ਵਾਪਸ, ਮਿੱਠੀਆਂ ਗੋਲੀਆਂ ਮੈਡੀਸਿਨ ਨਹੀਂ ਹੈ, ਉਹ ਸਿਰਫ ਤੇ ਸਿਰਫ ਇੱਕ ਵਹੀਕਲ ਹੈ, ਇੱਕ ਕਨਵੈਂਸ ਹੈ। ਅਸੀਂ ਸਾਰੇ ਜਾਣਦੇ ਹਾਂ, ਤੁਸੀਂ ਆਪਣੇ ਕੰਮ ਤੇ ਜਾਂਦੇ ਹੋ, ਕੋਈ ਸਕੂਟਰ ਤੇ ਜਾ ਰਿਹਾ ਹੈ, ਕੋਈ ਬੱਸ ਤੇ ਜਾ ਰਿਹਾ ਹੈ, ਕੋਈ ਕਾਰ ਲੈ ਕੇ ਜਾ ਰਿਹਾ ਹੈ। ਉਹ ਮਿੱਠੀਆਂ ਗੋਲੀਆਂ ਇੱਕ ਕਨਵੈਂਸ ਹੈ ਮੈਡੀਸਿਨ ਨੂੰ ਸਾਡੀ ਬਾਡੀ ਤੱਕ ਲੈ ਕੇ ਜਾਣ ਦੇ ਲਈ। ਹੁਣ ਅਸੀਂ ਸਾਰਿਆਂ ਨੇ ਸਾਨੂੰ ਇਹ ਕੁਐਸਚਨ ਦਿਮਾਗ 'ਚ ਆਉਣਾ ਹੈ ਕਿ ਫਿਰ ਜ਼ਰੂਰਤ ਹੀ ਕੀ ਹੈ ਉਹਨਾਂ ਦੀ, ਜੇ ਮੈਡੀਸਿਨ ਡਾਇਰੈਕਟ ਵੀ ਤਾਂ ਅਸੀਂ ਲੈ ਸਕਦੇ ਹਾਂ। ਦੇਖੋ ਜਿਹੜੀ ਡਾਇਰੈਕਟ ਮੈਡੀਸਿਨ ਹੈ ਨਾ, ਹੋਮਿਓਪੈਥੀ ਦਾ ਜਿਹੜਾ ਲਾਅ ਹੈ ਬਹੁਤ ਡੀਪ ਸਾਇੰਸ ਹੈ। ਡਾਕਟਰ ਹੈਰੀਮਨ ਨੇ ਬਣਾਈ ਸੀਗੀ ਸਾਇੰਸ ਜਦੋਂ, ਇਹ ਬਹੁਤ ਡੀਪ ਹੈ ਔਰ ਇਹਦੀਆਂ ਮੈਡੀਸਿਨਸ ਵੀ ਬਹੁਤ ਡੀਪ ਐਕਟਿੰਗ ਨੇ। ਇਹਦੇ ਵਿੱਚ ਸਾਡੇ ਕੋਲ ਕਈ ਤਰ੍ਹਾਂ ਦੀਆਂ ਮੈਡੀਸਿਨਸ ਆਉਂਦੀਆਂ ਨੇ, ਜਿਹੜੀਆਂ ਮੋਸਟ ਯੂਜ਼ ਹੁੰਦੀਆਂ ਨੇ ਔਰ ਮੋਸਟ ਪਾਵਰਫੁਲ ਨੇ, ਉਹ ਹੈਗੀਆਂ ਨੇ ਪੋਟੈਂਟਾਈਜ਼ ਮੈਡੀਸਿਨਸ। ਇਹ ਸਾਨੂੰ ਅਵੇਲੇਬਲ ਹੁੰਦੀਆਂ ਨੇ 30 ਪੋਟੈਂਸੀ, 200 ਪੋਟੈਂਸੀ, 1M ਪੋਟੈਂਸੀ ਦਾ ਡਿਫਰੈਂਟ ਪੋਟੈਂਸੀਜ਼ ਦੇ ਵਿੱਚ ਹੈ। ਇਹਦੇ ਵਿੱਚ ਕੀ ਹੁੰਦਾ, ਇਹ ਮੈਡੀਸਿਨ ਲਿਕੁਇਡ ਫਾਰਮ ਦੇ ਵਿੱਚ ਆਉਂਦੀ ਹੈ। ਜੇ ਅਸੀਂ ਉਹਨੂੰ ਡਾਇਰੈਕਟ ਲਵਾਂਗੇ, ਇੱਕ ਤਾਂ ਉਹਦੀ ਡੋਜ਼ ਬਹੁਤ ਹਾਈ ਹੋ ਜਾਏਗੀ, ਜੋ ਅਸੀਂ ਦੇਣੀ ਨਹੀਂ ਹੈ, ਅਸੀਂ ਬਹੁਤ ਮਾਈਨਿਊਟ ਡੋਜ਼ ਦੇਈਦੀ ਹੈ। ਹੋਮਿਓਪੈਥੀ ਇੰਨੀ ਕੁ ਪਾਵਰਫੁਲ ਹੈ ਨਾ ਕਿ ਇਹਦੀ ਮਾਈਨਿਊਟ ਇੱਕ ਡ੍ਰੌਪ ਵੀ ਤੁਹਾਨੂੰ, ਮੈਂ ਕਹਿੰਦੀ ਹਾਂ ਕਿ ICU 'ਚੋਂ ਮਰਦੇ ਬੰਦੇ ਨੂੰ ਖੜਾ ਕਰ ਦਿੰਦੀ ਹੈ। ਅੱਛਾ,
ठीक है ना, ਇਹਦੀ ਇੱਕ ਡ੍ਰੌਪ ਵੀ ਜੀ, ਤਾਂ ਜੀ। ਅਸੀਂ ਇਸ ਪ੍ਰਿੰਸੀਪਲ ਤੇ ਚੱਲਦੇ ਹੀ ਨਹੀਂ ਹੈ ਕਿ ਅਸੀਂ ਹੈਵੀ ਡੋਜ਼ਿਸ ਦੇਣੀਆਂ ਨੇ। ਅਸੀਂ ਬਹੁਤ ਮਾਈਨਿਊਟ ਅਸੀਂ ਹੈਵੀ ਡੋਜ਼ ਦਵਾਂਗੇ ਨਾ, ਉਹ ਕੰਮ ਨਹੀਂ ਕਰੇਗੀ ਜਾਂ ਟੈਂਪਰੇਰੀ ਕੰਮ ਕਰੇਗੀ। ਸਾਡੇ ਕੋਲ ਮਦਰ ਟਿੰਕਚਰਸ ਵੀ ਆਉਂਦੇ ਆ ਕ੍ਰਿਊਡ ਫਾਰਮ, ਜਿਹਨੂੰ ਕਹਿੰਦੇ ਨਾ ਰॉ ਫਾਰਮ, ਕੱਚੀ ਫਾਰਮ ਦੇ ਜੀ, ਵਿੱਚ, ਜੀ। ਠੀਕ ਹੈ। ਉਹ ਅਸੀਂ ਦਿੰਦੇ ਹਾਂ ਨਾ, ਉਹ ਟੈਂਪਰੇਰੀ ਕੰਮ ਕਰਦੀ, ਉਹ ਬਿਮਾਰੀ ਨੂੰ ਜੜ ਤੋਂ ਨਹੀਂ ਖਤਮ ਕਰਦੀ। ਅਸੀਂ ਕਦੇ ਐਮਰਜੈਂਸੀ ਕੰਡੀਸ਼ਨ 'ਚ ਕ੍ਰਿਊਡ ਫਾਰਮ ਨਹੀਂ ਦਿੰਦੇ ਕਿਉਂਕਿ ਉਹ ਮੈਸਿਵ ਆ। ਉਹ ਅਸੀਂ ਦੇ ਦਈਏ ਪੋਟੈਂਟਾਈਜ਼ ਔਰ ਮਾਈਨਿਊਟ ਟੂ ਮਾਈਨਿਊਟ ਜੀ ਫਾਰਮ ਦੇ ਵਿੱਚ। ਜੇ ਅਸੀਂ ਉਹ ਡਾਇਰੈਕਟ ਦਵਾਂਗੇ, ਇੱਕ ਤਾਂ ਉਹ ਬਹੁਤ ਜ਼ਿਆਦਾ ਹੋ ਜਾਏਗੀ, ਸੈਕਿੰਡ ਨੰਬਰ ਤੇ ਉਹ ਸਾਡੀ ਟੰਗ ਤੇ ਅਲਸਰਸ ਕ੍ਰੀਏਟ ਕਰ ਸਕਦੀ ਹੈ। ਜੀ, ਇਸ ਵਜ੍ਹਾ ਜੀ। ਕਰਕੇ ਸਾਨੂੰ ਉਹਨੂੰ ਮਿੱਠੀਆਂ ਗੋਲੀਆਂ ਦੇ ਮਿੱਠੀਆਂ ਵਿੱਚ ਗੋਲੀਆਂ ਪਾ ਦੇ ਕੇ ਵਿੱਚ ਦੇਣਾ ਪੈਂਦਾ ਦੇਣਾ ਹੈ। ਪੈਂਦਾ। ਪਰ ਜੀ, ਸਾਰਿਆਂ ਜੀ। ਨੂੰ ਇਹ ਮੈਂ ਕਲੀਅਰ ਕਰਨਾ ਚਾਹਾਂਗੀ ਕਿ ਮਿੱਠੀਆਂ ਗੋਲੀਆਂ ਮੈਡੀਸਿਨ ਨਹੀਂ ਹੈ, ਉਹਦੇ ਵਿੱਚ ਮੈਡੀਸਿਨ ਹੈ ਜੋ ਉਹ ਲਿਕੁਇਡ ਫਾਰਮ ਦੇ ਵਿੱਚ। ਜੀ ਆਪਣੀ ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ। ਗੱਲਾਂ ਦੇ ਨਾਲ ਇਹ ਗੀਤ ਸਾਡਾ ਬਿਲਕੁਲ ਤਿਆਰ ਹੈ, ਦੇਖਦੇ ਤੇ ਸੁਣਦੇ ਇਹ ਗੀਤ। ਰਾਂਝਣਾ ਲੱਗੀਆਂ ਜੋਰੋ ਜੋਰੀ, ਮੈਂ ਆਪ ਨਾ ਲਾਈਆਂ ਵੇ ਰਾਂਝਣਾ ਲੱਗੀਆਂ ਜੋਰੋ ਜੋਰੀ। ਸਾਨੂੰ ਤੇਰੀਆਂ ਲੋੜਾਂ ਵੇ, ਤੇਰੀਆਂ ਲੋੜਾਂ ਵੇ, ਸਾਨੂੰ ਤੇਰੀਆਂ ਲੋੜਾਂ ਵੇ, ਰਾਂਝਣਾ ਦੇ ਦੇ ਮਿੱਠੜੀ ਲੋਰੀ। ਮੈਂ ਆਪ ਨਾ ਲਾਈਆਂ ਵੇ ਰਾਂਝਣਾ ਲੱਗੀਆਂ ਜੋਰੋ ਜੋਰੀ, ਮੈਂ ਆਪ ਨਾ ਲਾਈਆਂ ਵੇ ਰਾਂਝਣਾ ਲੱਗੀਆਂ ਜੋਰੋ ਜੋਰੀ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਤੇ ਅੱਜ ਵਰਲਡ ਹੋਮਿਓਪੈਥੀ ਡੇ ਹੈ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਹੋਮਿਓਪੈਥੀ ਦੀ। ਡਾਕਟਰ ਕੰਗਨਾ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ, ਹੋਮਿਓਪੈਥੀ ਡਾਕਟਰ ਨੇ। ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿਸੇ ਨੂੰ ਕੋਈ ਸਮੱਸਿਆ ਹੈ, ਕੋਈ ਬਿਮਾਰੀ ਹੈ ਤੇ ਉਹ ਪਹਿਲੇ ਤੋਂ ਹੀ ਐਲੋਪੈਥੀਜ਼ ਮੈਡੀਸਨ ਜਾਂ ਹੋਰ ਕੋਈ ਮੈਡੀਸਿਨਸ ਲੈ ਰਿਹਾ ਹੈ ਤੇ
ਉਹ ਦਵਾਈਆਂ ਉਹਨੂੰ ਇੱਕਦਮ ਰੋਕ ਦੇਣੀਆਂ ਚਾਹੀਦੀਆਂ ਜਦੋਂ ਉਹ ਹੋਮਿਓਪੈਥੀ ਵੱਲ ਆਉਂਦਾ ਹੈ, ਕਿ ਜਾਂ ਹੌਲੀ ਹੌਲੀ ਤੁਸੀਂ ਪੇਸ਼ੈਂਟ ਟੂ ਪੇਸ਼ੈਂਟ ਦੇਖਦੇ ਹੋ? ਹਾਂਜੀ ਮੇਗਾ ਜੀ, ਇਹਦੇ ਵਿੱਚ ਇੱਦਾਂ ਦੇਖੋ, ਇਹ ਪੇਸ਼ੈਂਟ ਟੂ ਪੇਸ਼ੈਂਟ, ਕੇਸ ਟੂ ਕੇਸ ਵੇਰੀ ਕਰਦੀ ਹੈ ਚੀਜ਼। ਠੀਕ ਹੈ ਜੀ। ਜਿੱਦਾਂ ਜੇ ਆਪਾਂ ਗਠੀਏ ਦੀ ਗੱਲ ਲਈਏ, ਉਹਦੇ ਵਿੱਚ ਪੇਸ਼ੈਂਟ ਆਲਰੇਡੀ ਸਟੀਰੋਇਡਸ ਤੇ ਹੁੰਦੇ ਨੇ, ਕਈ ਨਹੀਂ ਹੁੰਦੇ, ਕਈ ਹੁੰਦੇ ਨੇ। ਜਿਹੜੇ ਸਟੀਰੋਇਡਸ ਦੇ ਪੇਸ਼ੈਂਟ ਨੇ, ਜੇ ਅਸੀਂ ਉਹਨੂੰ ਇੱਕੋ ਦਮ ਉਹਦੇ ਸਟੀਰੋਇਡਸ ਬੰਦ ਕਰ ਦਾਂਗੇ ਤਾਂ ਉਹਦੀ ਜਿਹੜਾ ਸਰੀਰ ਹੈ ਨਾ, ਬਿਲਕੁਲ ਇੱਕਦਮ ਜੁੜ ਜਾਏਗਾ। ਜੀ ਜੀ। ਠੀਕ ਹੈ, ਤਾਂ ਇਹ ਡਿਪੈਂਡ ਕਰਦਾ ਸਿਚੁਏਸ਼ਨ ਤੇ। ਠੀਕ ਹੈ ਜੀ, ਕਿ ਉਹਦੀ ਮੈਡੀਸਿਨ ਬੰਦ ਕਰਨੀ ਹੈ ਜਾਂ ਨਹੀਂ ਕਰਨੀ। ਕੁਝ ਕੇਸਿਸ ਦੇ ਵਿੱਚ ਬੰਦ ਹੋ ਵੀ ਜਾਂਦੀਆਂ ਨੇ ਸਟਾਰਟਿੰਗ ਤੇ, ਔਰ ਕੁਝ ਕੇਸਿਸ ਦੇ ਵਿੱਚ ਥੋੜਾ ਜਿਹਾ ਟਾਈਮ ਪੈ ਕੇ ਬੰਦ ਹੁੰਦੀਆਂ ਨੇ, ਨਾਲ ਚੱਲਦੀਆਂ ਰਹਿੰਦੀਆਂ ਨੇ। ਸਲੋਲੀ ਉਹਨਾਂ ਦੀ ਡੋਜ਼ ਘਟਾ ਕੇ ਅਸੀਂ ਬੰਦ ਕਰੀਦੀ ਹੈ। ਜਿੱਦਾਂ ਥਾਇਰਾਇਡ ਦੀ ਗੱਲ ਕਰੀਏ ਤਾਂ ਥਾਇਰਾਇਡ ਦੀ ਜਿਹੜੀ ਟੈਬਲੇਟ ਲੋਕੀ ਖਾ ਰਹੇ ਹੁੰਦੇ ਨੇ, ਉਹ ਅਸੀਂ ਉਹਦੀ ਡੋਜ਼ ਘਟਾ ਕੇ ਬੰਦ ਕਰੀਦੀ ਹੈ। ਸੇਮ ਇਸੇ ਤਰੀਕੇ ਸ਼ੂਗਰ ਦੇ ਪੇਸ਼ੈਂਟਸ ਨੂੰ ਅਸੀਂ ਇਦਾਂ ਕਰੀਦਾ ਹੈਗਾ ਜੀ। ਤੇ ਗੱਲ ਹੁਣ ਇਹ ਵੀ ਕਰਦੇ ਹਾਂ ਕਿ ਕਿਉਂਕਿ ਹੋਮਿਓਪੈਥੀ ਦੀ ਗੱਲ ਹੋ ਰਹੀ ਹੈ, ਤੇ ਜਦੋਂ ਹੋਮਿਓਪੈਥੀ ਦੀ ਗੱਲ ਹੁੰਦੀ ਹੈ ਤਾਂ ਇੱਕ ਹੋਰ ਜਿਹੜੀ ਗੱਲ ਦਿਮਾਗ ਦੇ ਵਿੱਚ ਆਉਂਦੀ ਹੋਏ ਕਿ ਹੋਮਿਓਪੈਥੀ ਦੇ ਨਾਲ ਪਰਹੇਜ਼ ਬਹੁਤ ਕਰਨਾ ਪੈਣਾ। ਅਸੀਂ ਕੱਚੀ ਸਬਜ਼ੀਆਂ ਨਹੀਂ ਖਾ ਪਾਵਾਂਗੇ, ਸਲਾਦ ਨਹੀਂ ਖਾ ਪਾਵਾਂਗੇ, ਖੁਸ਼ਬੂ ਵਾਲੀ ਚੀਜ਼ ਇਸਤੇਮਾਲ ਨਹੀਂ ਕਰ ਪਾਵਾਂਗੇ, ਪਰਫਿਊਮਸ ਵਗੈਰਾ ਨਹੀਂ ਲਗਾ ਸਕਾਂਗੇ। ਇਸ ਗੱਲ 'ਚ ਕਿੰਨੀ ਸੱਚਾਈ ਹੈ? ਇਹ ਵੀ ਅੱਜ ਮੈਂ ਕਲੀਅਰ ਕਰਦੀ ਹਾਂ ਕਿ ਪਰਹੇਜ਼ ਜਿਹੜੇ ਨੇ ਉਹ ਤੁਹਾਡੀ ਸਭ ਤੋਂ ਪਹਿਲਾਂ ਤਾਂ ਪ੍ਰੋਬਲਮ ਦੇ ਅਕੋਰਡਿੰਗ ਆਣਾ ਹੈ। ਤੁਹਾਨੂੰ ਜਿੱਦਾਂ ਦੀ ਡਿਜ਼ੀਜ਼, ਜਿੱਦਾਂ ਦੀ ਬਿਮਾਰੀ, ਉਸ ਹਿਸਾਬ ਨਾਲ ਤੁਹਾਡੇ ਪਰਹੇਜ਼ ਬਣਨਗੇ। ਹਾਈ ਕੋਲੇਸਟ੍ਰੋਲ ਹੈ, ਸ਼ੂਗਰ ਦੇ ਮਰੀਜ਼ ਹੋ, ਮਿੱਠਾ ਬੰਦ ਹੋਏਗਾ। ਠੀਕ ਹੈ ਜੀ। ਹਾਈ ਕੋਲੇਸਟ੍ਰੋਲ ਹੈ, ਫੈਟੀ ਚੀਜ਼ਾਂ ਬੰਦ ਹੋਣਗੀਆਂ। ਕੋਈ ਗੈਸਟ੍ਰਿਕ ਪ੍ਰੋਬਲਮ ਹੈ ਤੁਹਾਨੂੰ, ਤਾਂ ਉਸ ਦੇ ਰਿਲੇਟਡ ਚੀਜ਼ਾਂ ਬੰਦ ਹੋਣਗੀਆਂ ਤੁਹਾਡੀਆਂ। ਕੋਈ ਐਲਰਜੀ ਹੈ ਤਾਂ ਤੁਹਾਡੀਆਂ ਠੰਡੀਆਂ ਚੀਜ਼ਾਂ ਬੰਦ ਹੋਣਗੀਆਂ। ਠੀਕ ਹੈ ਜੀ। ਹੋਮਿਓਪੈਥੀ ਦੇ ਕੋਈ ਪਰਹੇਜ਼ ਨਹੀਂ ਹੈਗੇ। ਹੋਮਿਓਪੈਥੀ ਦਾ ਸਿਰਫ ਇੱਕ ਪਰਹੇਜ਼ ਹੈ ਜੋ ਮੈਂ ਆਪਣੇ ਪੇਸ਼ੈਂਟਸ ਨੂੰ ਕਹਿੰਦੀ ਹੁੰਦੀ ਹਾਂ, ਕਿ ਤੁਸੀਂ 10 ਮਿੰਟ ਪਹਿਲਾਂ ਕੁਝ ਨਹੀਂ ਖਾਣਾ ਇਸ ਮੈਡੀਸਿਨ ਤੋਂ, ਤੇ 10 ਮਿੰਟ ਬਾਅਦ 'ਚੋਂ ਕੁਝ ਨਹੀਂ ਖਾਣਾ। ਉਹਦਾ ਇੱਕ ਰੀਜ਼ਨ ਹੈ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟੀ ਹਾਂ, ਪੋਟੈਂਟਾਈਜ਼ ਮੈਡੀਸਿਨਸ ਨੇ ਮਾਈਨਿਊਟ ਡੋਜ਼ ਹੈ, ਉਹ ਸਾਡੇ ਪੇਟ ਦੇ ਵਿੱਚ, ਸਟਮਕ ਦੇ ਵਿੱਚ ਤਾਂ ਜਾਂਦੀ ਨਹੀਂ ਹੈ। ਉਹ ਸਾਡੇ ਟੰਗ, ਜੀਭ ਦੇ ਥਰੂ, ਨਰਵਸ ਸਿਸਟਮ ਦੇ ਥਰੂ ਕੰਮ ਕਰਦੀ ਹੈ। ਜੇ ਅਸੀਂ ਮੈਡੀਸਿਨ ਮੂੰਹ 'ਚ ਪਾਈ, ਨਾਲ ਹੀ ਕੋਈ ਚੀਜ਼ ਮੂੰਹ 'ਚ ਪਾ ਲਈ ਖਾਣ ਵਾਲੀ, ਤਾਂ ਉਹ ਇੰਨੀ ਅੱਛੀ ਤਰ੍ਹਾਂ ਐਬਜ਼ੌਰਬ ਨਹੀਂ ਹੋ ਪਾਏਗੀ, ਸਾਡੇ ਨਰਵਸ ਸਿਸਟਮ ਤੱਕ ਨਹੀਂ ਜਾ ਪਾਏਗੀ। ਸਿਰਫ ਇਹ ਇੱਕ ਪਰਹੇਜ਼ ਹੈ ਜੋ ਮੈਂ ਦੱਸਦੀ ਹੁੰਦੀ ਹਾਂ। ਇਸ ਤੋਂ ਇਲਾਵਾ ਕੁਝ ਕੇਸਿਸ ਦੇ ਵਿੱਚ ਸਾਨੂੰ ਕੱਚਾ ਪਿਆਜ਼ ਬੰਦ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਅਸੀਂ ਕੱਚੇ ਪਿਆਜ਼ ਤੋਂ ਬਣਨ ਵਾਲੀ ਦਵਾਈ ਖਿਲਾ ਰਹੇ ਹਾਂ। ਹੋਮਿਓਪੈਥੀ 'ਚ ਇੱਕ ਇੱਦਾਂ ਦੀ ਮੈਡੀਸਿਨ ਹੈ, ਉਹਦਾ ਨਾਮ ਹੈ ਏਲੀਅਮ ਸੀਪਾ, ਜੋ ਕਿ ਪਿਆਜ਼ ਤੋਂ ਬਣਦੀ ਹੈ। ਜੇ ਅਸੀਂ ਉਧਰੋਂ ਮੈਡੀਸਿਨ ਦੇ ਰਹੇ ਹਾਂ, ਉਧਰੋਂ ਪੇਸ਼ੈਂਟ ਤਰਲੇ ਨਾਲ ਪਿਆਜ਼ ਖਾ ਰਿਹਾ, ਤਾਂ ਉਹ ਕੰਬੀਨੇਸ਼ਨ ਨਹੀਂ ਬਣੇਗਾ। ਉਸ ਕੇਸ 'ਚ ਅਸੀਂ ਬੰਦ ਕਰਾਂਗੇ। ਸੈਕਿੰਡ ਨੰਬਰ ਤੇ ਕਾਫੀ ਅਸੀਂ ਉਸ ਪੇਸ਼ੈਂਟ ਦੀ ਬੰਦ ਕਰੀ ਦੀ ਹੈ, ਜਿਹਨੂੰ ਅਸੀਂ ਕਾਫੀਆ ਕ੍ਰਿਊਡਾ ਨਾਮ ਦੀ ਮੈਡੀਸਿਨ ਇੱਕ ਦੇਈ ਦੀ ਹੈ। ਇਸੇ ਤਰੀਕੇ ਨਾਲ ਹੋਰ ਕਈ ਪਰਹੇਜ਼ ਹੁੰਦੇ ਨੇ। ਜੇ ਅਸੀਂ ਉਹਨੂੰ ਉਸ ਚੀਜ਼ ਤੋਂ ਬਣੀ ਹੋਈ ਮੈਡੀਸਿਨ ਖਿਲਾ ਰਹੇ ਹਾਂ, ਤਾਂ ਕੁਝ ਪਰਹੇਜ਼ ਹੁੰਦੇ ਨੇ ਜੋ ਮੈਡੀਸਿਨ ਰਿਲੇਟਡ ਹੁੰਦੇ ਨੇ, ਬਟ ਹਰ ਇੱਕ ਨੂੰ ਜਨਰਲੀ ਅਸੀਂ ਇਹ ਪਰਹੇਜ਼ ਨਹੀਂ ਦੇਈਦੇ ਕਿ ਤੁਸੀਂ ਕੱਚਾ ਪਿਆਜ਼ ਨਹੀਂ ਖਾਣਾ, ਕੱਚਾ ਲਸਣ ਨਹੀਂ ਖਾਣਾ, ਸੈਲਡ ਨਹੀਂ ਖਾਣਾ। ਸੈਲਡ ਕਿਉਂ ਨਹੀਂ ਖਾਣਾ? ਸੈਲਡ ਖਾ ਸਕਦੇ ਹੋ, ਸਭ ਕੁਝ ਖਾ ਸਕਦੇ ਹੋ ਤੁਸੀਂ। ਠੀਕ ਹੈ ਜੀ। ਬਾਕੀ ਰਹੀ ਪਰਫਿਊਮਸ ਦੀ ਜਾਂ ਖੁਸ਼ਬੂ ਵਾਲੀ ਚੀਜ਼ਾਂ ਦੀ ਗੱਲ, ਉਹ ਵੀ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦੀ ਹੈ। ਹਰ ਇੱਕ ਲਈ ਇਹ ਪਰਹੇਜ਼ ਨਹੀਂ ਹੈ। ਮਤਲਬ ਇਹ ਬਿਲਕੁਲ ਇੱਕ ਮਿਥ ਹੈ ਕਿ ਹੋਮਿਓਪੈਥੀ ਹੈ ਤਾਂ ਮਤਲਬ ਬਹੁਤ ਸਾਰੇ ਪਰਹੇਜ਼ ਨੇ। ਨਹੀਂ ਜੀ, ਬਿਲਕੁਲ ਨਹੀਂ, ਐਦਾਂ ਦਾ ਕੁਝ ਵੀ ਨਹੀਂ ਹੈ ਜੀ। ਤੇ ਹੁਣ ਜੇ ਗੰਭੀਰ ਬਿਮਾਰੀਆਂ ਦੀ ਗੱਲ ਕਰੀਏ, ਜਿਸ ਕੈਂਸਰ ਵਰਗੀ ਬਿਮਾਰੀ ਦੀ ਜੇ ਗੱਲ ਕਰੀਏ, ਕੀ ਹੋਮਿਓਪੈਥੀ ਦੇ ਨਾਲ ਕੈਂਸਰ ਵਰਗੀ ਬਿਮਾਰੀ ਵੀ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ? ਦੇਖੋ ਹਾਂਜੀ, ਇਹਦੇ ਵਿੱਚ ਬਹੁਤ ਸਾਰੇ ਰਿਸਰਚ ਹੈ ਜਿਹੜਾ ਚੱਲ ਰਿਹਾ ਹੁਣ ਵੀ, ਕਿਉਂਕਿ ਹੋਮਿਓਪੈਥੀ ਇੱਦਾਂ ਦੀ ਸਾਇੰਸ ਹੈ ਜਿਹੜੀ ਕੰਟੀਨਿਊ ਰਿਸਰਚ ਦੇ ਵਿੱਚ ਹੈ। ਇਹ ਸਾਇੰਟਿਫਿਕ ਸਟੱਡੀ ਹੈ, ਕੰਟੀਨਿਊ ਰਿਸਰਚ ਦੇ ਵਿੱਚ ਚੱਲ ਰਿਹਾ। ਸਾਡੇ ਕੋਲ ਬਹੁਤ ਸਾਰੇ ਕੇਸਿਸ ਦੇਖਣ 'ਚ ਆਏ ਨੇ ਕੈਂਸਰ ਦੇ, ਜੋ ਕਿ ਠੀਕ ਹੋਏ ਨੇ ਹੋਮਿਓਪੈਥਿਕ ਮੈਡੀਸਿਨਸ ਦੇ ਨਾਲ। ਇੱਕ ਸਾਡੀ ਲਾਈਕੋਪੋਡੀਅਮ ਮੈਡੀਸਿਨ ਹੈ ਜੋ ਅਪੋਪਟੋਸਿਸ ਦਾ ਕੰਮ ਕਰਦੀ ਹੈ, ਜਿਹੜਾ ਕਿ ਕੈਂਸਰ ਸੈਲਸ ਦੀ ਗਰੋਥ ਨੂੰ ਰੋਕਦੀ ਹੈ। ਠੀਕ ਹੈ, ਇਹ ਤਾਂ ਗੱਲ ਹੋ ਗਈ ਕਿ ਕੈਂਸਰ ਨੂੰ ਰੋਕਣ ਦੀ, ਉਹਦੇ ਸੈੱਲ ਗਰੋਥ ਨੂੰ ਰੋਕਣ ਦੀ। ਉਹਦੇ ਤੇ ਤਾਂ ਇਹ ਵਰਕ ਕਰਦੀ ਹੈ। ਉਸ ਦੇ ਨਾਲ ਜੋ ਕੈਂਸਰ ਦੇ ਵਿੱਚ ਸਾਡੇ ਦੂਸਰੇ ਕਨਵੈਨਸ਼ਨਲ ਟ੍ਰੀਟਮੈਂਟ ਚੱਲ ਰਹੇ ਨੇ, ਲਾਈਕ ਕੀਮੋਥੈਰੇਪੀ, ਰੇਡੀਓਥੈਰੇਪੀ, ਉਹਦੀ ਵਜ੍ਹਾ ਤੋਂ ਜੋ ਬਾਡੀ ਦੇ ਵਿੱਚ ਸਾਈਡ ਇਫੈਕਟਸ ਆਉਂਦੇ ਨੇ, ਉਹਨਾਂ ਨੂੰ ਬਹੁਤ ਅੱਛੀ ਤਰੀਕੇ ਨਾਲ ਕਲੀਅਰ ਕਰਦੀ ਹੈ। ਠੀਕ ਹੈ ਜੀ। ਉਸ ਤੋਂ ਇਲਾਵਾ ਜੋ ਵੀਕਨੈਸ ਆਉਂਦੀ ਹੈ ਬਾਡੀ ਦੇ ਵਿੱਚ, ਉਹਦੇ ਲਈ ਵੀ ਤੁਸੀਂ ਹੋਮਿਓਪੈਥਿਕ ਨਾਲ ਲੈ ਸਕਦੇ ਹੋ। ਬਟ ਹਾਂ, ਕੈਂਸਰਸ ਸੈੱਲ ਦੀ ਗਰੋਥ ਨੂੰ ਵੀ ਹੋਮਿਓਪੈਥੀ ਰੋਕਦੀ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਕਾਰਗਰ ਹੈ ਜੀ। ਤੇ ਜੇ ਤਾਂ ਕੈਂਸਰ ਦੀ ਅਸੀਂ ਗੱਲ ਕੀਤੀ, ਇਸੇ ਤਰ੍ਹਾਂ ਕੈਂਸਰ ਇੱਕ ਗੰਭੀਰ ਬਿਮਾਰੀ ਹੈ। ਇਸੇ ਤਰ੍ਹਾਂ ਜੇ ਰੂਟੀਨ ਦੀ ਗੱਲ ਕਰੀਏ, ਜਿੱਦਾਂ ਰੂਟੀਨ ਦੇ ਵਿੱਚ ਹੀ ਆਮ ਹੀ ਬੀਪੀ ਦੀ ਸਮੱਸਿਆ ਲੋਕਾਂ ਨੂੰ ਹੁੰਦੀ ਹੈ, ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਹੁੰਦੀ ਹੈ, ਕਿਸੇ ਨੂੰ ਲੋ ਬਲੱਡ ਪ੍ਰੈਸ਼ਰ ਦੀ ਹੁੰਦੀ ਹੈ, ਕਿ ਬੀਪੀ ਦੀ ਸਮੱਸਿਆਵਾਂ ਦੇ ਵਿੱਚ ਵੀ ਹੋਮਿਓਪੈਥੀ ਮੈਡੀਸਿਨ ਅਸੀਂ ਲਈਏ ਤਾਂ ਉਹ ਠੀਕ ਰਹਿੰਦਾ?
ਹਾਂਜੀ ਦੇਖੋ ਬੀਪੀ ਦੀ ਸਮੱਸਿਆ ਸਭ ਤੋਂ ਪਹਿਲਾਂ ਤਾਂ ਨਾ ਉਹਦਾ ਕਾਰਨ ਦੇਖਣਾ ਪਏਗਾ। ਅਸੀਂ ਸਾਰੇ ਜਿਹਨੂੰ ਵੀ ਬੀਪੀ ਹੁੰਦਾ ਹੈ ਅਸੀਂ 2-3 ਟੈਬਲੇਟ ਮੋਸਟ ਕਾਮਨ ਹੈਗੀਆਂ ਨੇ, ਐਮਲੋਂਗ ਹੈਗੀ ਹੈ, ਟੈਲਮਾ ਹੈਗੀ, ਸਾਰਿਆਂ ਨੂੰ ਉਹੀ ਲਗਾ ਦਿੰਦੇ ਆ, ਡੋਜ਼ ਉਹਨਾਂ ਦੀ ਉੱਪਰ ਨੀਚੇ ਹੋ ਜਾਂਦੀ ਹੈ ਬਸ। ਬਟ ਕਾਰਨ ਤਾਂ ਕੋਈ ਲੱਭਦਾ ਹੀ ਨਹੀਂ ਹੈ। ਜਦੋਂ ਜੇ ਕਾਰਨ ਅਲੱਗ-ਅਲੱਗ ਹੈ ਤਾਂ ਦਵਾਈ ਇੱਕ ਕਿੱਦਾਂ ਹੋ ਜਾਏਗੀ? ਸਭ ਤੋਂ ਪਹਿਲਾਂ ਤਾਂ ਇਹ ਦੇਖੋ ਨਾ ਚੀਜ਼ ਨੂੰ, ਕਿਸੇ ਨੂੰ ਬੀਪੀ ਵੱਧ ਰਿਹਾ ਉਹਦੇ ਕੋਲੇਸਟ੍ਰੋਲ ਜ਼ਿਆਦਾ ਹੈ, ਕਿਸੇ ਨੂੰ ਬੀਪੀ ਵੱਧ ਰਿਹਾ ਹੈ ਕਿ ਉਹਨੂੰ ਹਾਰਟ ਦੀ ਪ੍ਰੋਬਲਮ ਹੈ, ਕਿਸੇ ਨੂੰ ਬੀਪੀ ਵੱਧ ਰਿਹਾ ਉਹਨੂੰ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ, ਉਹਦੇ ਸਾਰੇ ਟੈਸਟ ਨਾਰਮਲ ਆਉਂਦੇ ਆ, ECG ਨਾਰਮਲ ਹੈ, ਇਕੋ ਨਾਰਮਲ ਹੈ, ਕੋਲੇਸਟ੍ਰੋਲ ਲੈਵਲ ਨਾਰਮਲ ਹੈ, ਫਿਰ ਉਹਨੂੰ ਬੀਪੀ ਕਿਉਂ ਵੱਧ ਰਿਹਾ? ਉਹਨੂੰ ਇੱਥੋਂ ਬੀਪੀ ਵੱਧ ਰਿਹਾ, ਉਹਨੂੰ ਸਾਈਕੋਲੋਜੀਕਲੀ ਟੈਨਸ਼ਨ ਹੈ, ਸਟ੍ਰੈਸ ਹੈ, ਐਂਗਜ਼ਾਈਟੀ ਅਟੈਕਸ ਆਉਂਦੇ ਆ, ਉਸ ਵਜ੍ਹਾ ਤੋਂ ਉਹਨੂੰ ਬੀਪੀ ਵੱਧ ਰਿਹਾ। ਉਹਨੂੰ ਉਹ ਮੈਡੀਸਿਨਸ ਕੀ ਕਰ ਲੈਣਗੇ? ਉਹਨੂੰ ਕੋਲੇਸਟ੍ਰੋਲ ਦੀ ਮੈਡੀਸਿਨ ਉਹਦਾ ਬੀਪੀ ਨੀਚੇ ਲੈ ਕੇ ਹੀ ਨਹੀਂ ਆਏਗੀ ਕਦੇ ਵੀ। ਤਾਂ ਇਸ ਲਈ ਬੀਪੀ ਦੇ ਪੇਸ਼ੈਂਟ ਨੂੰ ਹੋਮਿਓਪੈਥੀ ਵੱਲ ਹੀ ਜਾਣਾ ਚਾਹੀਦਾ ਹੈ, ਕਿਉਂਕਿ ਇਹਦੇ ਵਿੱਚ ਹੀ ਉਹਨੂੰ ਇੱਦਾਂ ਦੀ ਇੱਕ ਆਪਸ਼ਨ ਖੁੱਲੇਗੀ ਉਹਦੇ ਲਈ ਕਿ ਉਹਦੇ ਕਾਰਨ ਦੇ ਅਕੋਰਡਿੰਗ, ਰੀਜ਼ਨ ਦੇ ਅਕੋਰਡਿੰਗ ਉਹਨੂੰ ਮੈਡੀਸਿਨ ਦਿੱਤੀ ਜਾਏਗੀ, ਤਾਂ ਜਿਹਦਾ ਪਰਮਾਨੈਂਟ ਇਲਾਜ ਹੋਏਗਾ। ਤੁਸੀਂ 2 ਮਹੀਨੇ 3 ਮਹੀਨੇ 6 ਮਹੀਨੇ ਵੀ ਮੈਂ ਕਹੂੰਗੀ ਵੱਧ ਤੋਂ ਵੱਧ ਖਾ ਲਓਗੇ ਨਾ, ਤੁਸੀਂ ਠੀਕ ਹੋ ਜਾਓਗੇ ਔਰ ਮੈਡੀਸਿਨ ਬੰਦ ਹੋ ਜਾਏਗੀ। ਜਦਕਿ ਬਾਕੀ ਦੇ ਵਿੱਚ ਤੁਹਾਨੂੰ ਲਾਈਫ ਲੌਂਗ ਇੱਕ ਟੈਬਲੇਟ ਹੀ ਹੈ ਜਿਹੜੀ ਤੁਹਾਡਾ ਬੀਪੀ ਨਾਰਮਲ ਕਰੇਗੀ। ਜਿੰਨਾ ਚਿਕਰ ਉਹਦਾ ਅਸਰ ਰਹੇਗਾ ਉਹਨਾਂ ਚਿਕਰ ਉਹ ਬੀਪੀ ਨਾਰਮਲ ਕਰੇਗੀ। ਜਿੱਦਾਂ ਉਹਦਾ ਅਸਰ ਖਤਮ, ਤੁਸੀਂ ਇੱਕ ਦਿਨ ਨਹੀਂ ਖਾਓਗੇ ਬੀਪੀ ਫਿਰ ਸ਼ੂਟ ਹੋ ਜਾਏਗਾ ਤੁਹਾਡਾ। ਹੋਮਿਓਪੈਥੀ ਦੇ ਵਿੱਚ ਇਹ ਚੀਜ਼ ਨਹੀਂ ਹੋਏਗੀ। ਜੇ ਇੱਕ ਵਾਰੀ ਉਹਨੇ ਕੰਟਰੋਲ ਕਰ ਦਿੱਤਾ ਤੁਹਾਡਾ ਬੀਪੀ, ਅਗੇਨ ਚਾਂਸ ਹੀ ਨਹੀਂ ਹੈ। ਜਿੰਨਾ ਚਿਕਰ ਉਹੀ ਕਾਰਨ ਦੁਬਾਰਾ ਨਹੀਂ ਆਏਗਾ ਤੁਹਾਡੀ ਬਾਡੀ 'ਚ, ਉਹਨਾਂ ਚਿਕਰ ਤੁਹਾਡਾ ਬੀਪੀ ਸ਼ੂਟ ਨਹੀਂ ਹੋਏਗਾ। ਇਸ ਲਈ ਹੋਮਿਓਪੈਥੀ ਬੀਪੀ ਨੂੰ ਬਹੁਤ ਅੱਛੇ ਤਰੀਕੇ ਨਾਲ ਕੰਟਰੋਲ ਕਰਦੀ ਹੈ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੋਈ ਵੀ ਸਮੱਸਿਆ ਹੈ ਕਿ ਮੰਨ ਲਓ ਹੋਮਿਓਪੈਥੀ ਮੈਡੀਸਿਨ 1 ਮਹੀਨਾ ਖਾਧੀ ਜਾਂ 2 ਮਹੀਨੇ ਖਾਧੀ, ਉਹਦੇ ਵਿੱਚ ਫਰਕ ਪੈ ਗਿਆ ਤੇ ਉਦੋਂ ਮੈਡੀਸਿਨ ਫੇਰ ਬੰਦ ਕਰ ਦਈਏ, ਤੇ ਕੀ ਉਹ ਪ੍ਰੋਬਲਮ ਦੁਬਾਰਾ ਹੋਣ ਦੇ ਜਿਹੜੇ ਚਾਂਸਸ ਹੈ ਉਹ ਹੁੰਦੇ ਨੇ? ਬਿਲਕੁਲ ਨਹੀਂ ਹੁੰਦੇ। ਜੇ ਤੁਹਾਡੀ ਪ੍ਰੋਬਲਮ ਬਿਲਕੁਲ ਪੂਰੀ ਤਰ੍ਹਾਂ ਰੂਟ ਤੋਂ, ਜੜ ਤੋਂ ਖਤਮ ਹੋ ਚੁੱਕੀ ਹੈ ਤਾਂ ਡੈਫੀਨੇਟਲੀ ਕਦੇ ਨਹੀਂ ਹੋਏਗੀ। ਸਿਰਫ ਇੱਕ ਕੰਡੀਸ਼ਨ 'ਚ, ਜੇ ਉਹੀ ਸਿਚੁਏਸ਼ਨ, ਉਹੀ ਪੈਰਾਮੀਟਰਸ, ਉਹੀ ਕਾਰਨ ਦੁਬਾਰਾ ਤੁਹਾਡੀ ਬਾਡੀ 'ਚ ਆਣਗੇ। ਹੁਣ ਜੇ ਕੋਈ ਪ੍ਰੋਬਲਮ ਸਟ੍ਰੈਸ ਤੋਂ ਹੈ ਜਾਂ ਲਾਈਫ ਸਟਾਈਲ ਰਿਲੇਟਡ ਡਿਜ਼ੀਜ਼ਸ ਆਪਾਂ ਲੈ ਲਈਏ, ਜਿਹੜੀਆਂ ਬੀਪੀ, ਸ਼ੂਗਰ, ਥਾਇਰਾਇਡ, ਇਹ ਸਾਰੀਆਂ ਲਾਈਫ ਸਟਾਈਲ ਡਿਜ਼ੀਜ਼ਸ ਨੇ। ਜੇ ਉਹੀ ਲਾਈਫ ਸਟਾਈਲ ਤੁਸੀਂ ਦੁਬਾਰਾ ਅਪਣਾ ਲਓਗੇ, ਠੀਕ ਹੈ, ਉਹੀ ਕਾਰਨ ਦੁਬਾਰਾ ਆਪਣੀ ਬਾਡੀ ਨੂੰ ਦਈ ਜਾਓਗੇ, ਲੌਂਗ ਟਾਈਮ ਤੱਕ ਦਈ ਜਾਓਗੇ, ਫਿਰ ਉਹ ਮੇਬੀ ਉਹ ਚੀਜ਼ ਆ ਸਕਦੀ ਹੈ। ਠੀਕ ਹੈ, ਜਦੋਂ ਇੱਕ ਵਾਰੀ ਜਿਹੜਾ ਕਾਰਨ ਤੁਹਾਡੀ ਬਾਡੀ 'ਚੋਂ ਨਿਕਲ ਗਿਆ, ਫਿਰ ਉਹ ਬਿਮਾਰੀ ਦੁਬਾਰਾ ਨਹੀਂ ਆਏਗੀ। ਤੇ ਜਿਹੜੀ ਕੁਝ ਇੱਕ ਬਿਮਾਰੀਆਂ ਹੁੰਦੀਆਂ ਉਹ ਪਰਿਵਾਰਿਕ ਅੱਗੇ ਤੋਂ ਅੱਗੇ ਜਿਹੜੀ ਹੈ ਪਰਿਵਾਰਿਕ ਜਿਹੜੇ ਸਦੱਸਿਆ ਉਹਨਾਂ ਨੂੰ ਹੁੰਦੀ ਜਾਂਦੀਆਂ ਨੇ, ਹੈਰੀਡਿਟਰੀ ਪ੍ਰੋਬਲਮਸ ਜਿਹਨਾਂ ਨੂੰ ਅਸੀਂ ਕਹਿੰਦੇ ਆ। ਜਿਹੜੀ ਇਹ ਸਮੱਸਿਆਵਾਂ ਨੇ, ਇਹਦੇ ਵਿੱਚ ਹੋਮਿਓਪੈਥੀ ਕਿੰਨੀ ਕੁ ਕਾਰਗਰ ਹੈ? ਦੇਖੋ ਇਹਦੇ ਵਿੱਚ ਵੀ ਹੋਮਿਓਪੈਥੀ ਬਹੁਤ ਦੇਖਿਆ ਗਿਆ ਹੈ ਕਿ ਬਹੁਤ ਜ਼ਿਆਦਾ ਕਾਰਗਰ ਸਾਬਿਤ ਹੋ ਰਹੀ ਹੈ। ਹੈਰੀਡਿਟਰੀ ਦੇ ਵਿੱਚ ਦੇਖੋ ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ ਹੈ, ਥਾਇਰਾਇਡ ਹੈ, ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਹੈਰੀਡਿਟਰੀ ਡਿਜ਼ੀਜ਼ਸ ਦੇ ਵਿੱਚ ਹੀ ਆਉਂਦੀਆਂ ਨੇ। ਠੀਕ ਹੈ ਜੀ। ਦੇਖੋ ਸਾਨੂੰ ਹੈਰੀਡਿਟਰੀ ਦੇ ਨਾਲ ਸਿਰਫ ਇੱਕ ਮਿਲ ਜਾਂਦਾ ਹੈ ਕਿ ਹਾਂ ਇਹ ਹੈਰੀਡਿਟਰੀ ਡਿਜ਼ੀਜ਼ ਹੈ, ਬਟ ਸਾਡੀਆਂ ਮੈਡੀਸਿਨਸ ਨੇ ਵਰਕ ਹੀ ਕੁਝ ਹੋਰ ਹਿਸਾਬ ਨਾਲ ਕਰਨਾ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ, ਉਹਨੇ ਤੁਹਾਡਾ ਰੂਟ ਕਾਜ਼ ਹੀ ਨਿਕਾਲ ਦੇਣਾ। ਉਹਨੇ ਹੈਰੀਡਿਟਰੀ ਬੇਸਿਸ ਤੇ ਅਸੀਂ ਮੈਡੀਸਿਨ ਸਿਲੈਕਟ ਕਰਕੇ ਤੁਹਾਨੂੰ ਦੇਵਾਂਗੇ ਤਾਂ ਡੈਫੀਨੇਟਲੀ ਉਹ ਵਰਕ ਕਰੇਗੀ ਔਰ ਤੁਹਾਡੀ ਬਿਮਾਰੀ ਜੜ ਤੋਂ ਖਤਮ ਹੋ ਜਾਏਗੀ। ਜੀ, ਮਤਲਬ ਕੋਈ ਵੀ ਬਿਮਾਰੀ ਜਦੋਂ ਅਸੀਂ ਪੂਰੀ ਤਰ੍ਹਾਂ ਸਾਡੀ ਹੋਮਿਓਪੈਥੀ ਡਾਕਟਰ ਕੋਲ ਅਸੀਂ ਜਾਂਦੇ ਆ, ਪੂਰੀ ਡਿਟੇਲਸ ਦਿੰਨੇ ਆ ਤੇ ਬਿਮਾਰੀ ਪਕੜ ਦੇ ਵਿੱਚ ਆ ਜਾਂਦੀ ਹੈ ਤੇ ਉਹ ਜੜ ਤੋਂ ਖਤਮ ਹੋ ਸਕਦੀ ਹੈ ਹੋਮਿਓਪੈਥੀ ਦੇ ਨਾਲ। ਹਾਂਜੀ, ਇਸੇ ਤਰ੍ਹਾਂ ਜੇ ਸਰਜਰੀ ਕੇਸਿਸ ਦੀ ਗੱਲ ਕਰੀਏ, ਜਿਹਦੇ ਵਿੱਚ ਸਾਨੂੰ ਕਿਹਾ ਜਾਂਦਾ ਹੈ ਕਿ ਇਹਦਾ ਇਲਾਜ ਕੋਈ ਨਹੀਂ ਹੈ, ਹੁਣ ਤੁਹਾਨੂੰ ਸਰਜਰੀ ਕਰਾਣੀ ਪਏਗੀ, ਉਹਨਾਂ ਸਰਜਰੀ ਕੇਸਿਸ ਦੇ ਵਿੱਚ ਵੀ ਹੋਮਿਓਪੈਥੀ ਪੂਰੀ ਤਰ੍ਹਾਂ ਕਾਰਗਰ ਹੈ ਕਿ ਸਰਜਰੀ ਵੀ ਰੁਕ ਸਕਦੀ ਹੈ? ਦੇਖੋ ਮੋਸਟਲੀ ਜਿਹੜੀ ਸ਼ੁਰੂਆਤ ਹੋਈ ਸੀ ਨਾ ਹੋਮਿਓਪੈਥੀ ਦੀ ਲੋਕਾਂ ਦੇ ਵਿੱਚ ਜ਼ਿਆਦਾ, ਕੋਈ ਵੀ ਕਿਸੇ ਨੂੰ ਕਿੱਦਾਂ ਦੱਸਦਾ ਹੋਮਿਓਪੈਥੀ ਦੀ, ਜਦੋਂ ਕਿਸੇ ਨੂੰ ਕੋਈ ਵੀ ਸਰਜਰੀ ਦੱਸ ਦਿੰਦਾ ਹੈ ਨਾ, ਜਿੱਦਾਂ ਮੈਂ ਬੱਚਿਆਂ ਦੀ ਗੱਲ ਕੀਤੀ, ਐਡੀਨੋਇਡਸ ਦੀ, ਟੌਨਸਿਲਸ ਦੀ, ਜਾਂ ਲੇਡੀਜ਼ ਦੀ ਗੱਲ ਕਰੀਏ ਉਹਨਾਂ ਨੂੰ PCOD ਹੋ ਗਈ ਹੈ, ਜਾਂ ਯੂਟਰਸ ਦੇ ਵਿੱਚ ਬੱਚੇਦਾਨੀ ਦੇ ਵਿੱਚ ਰਸੌਲੀਆਂ ਹੋ ਗਈਆਂ ਨੇ, ਜਾਂ ਆਮ ਪੱਥਰੀ ਹੋ ਗਈ ਹੈ ਕਿਸੇ ਨੂੰ, ਤਾਂ ਜਦੋਂ ਕੋਈ ਕਿਸੇ ਨਾਲ ਗੱਲ ਕਰਦਾ ਨਾ ਤਾਂ ਫਸਟ ਆਫ ਆਲ ਹੋਮਿਓਪੈਥੀ ਦਾ ਨਾਮ ਹੀ ਉਦੋਂ ਆਉਂਦਾ ਹੈ, ਹਾਂਜੀ ਬਈ ਸਰਜਰੀ ਨਹੀਂ ਕਰਾਣੀ ਤਾਂ ਚਲੋ ਹੋਮਿਓਪੈਥੀ ਵੱਲ ਚੱਲਦੇ ਆਪਾਂ। ਬੇਸਿਕਲੀ ਲੋਕਾਂ ਦੇ ਮਨ 'ਚ ਹਲੇ ਵੀ ਇਹੀ ਹੈ ਕਿ ਸਰਜਰੀ ਨਹੀਂ ਕਰਵਾਣੀ, ਸਰਜਰੀ ਤੋਂ ਬਚਣਾ ਹੈ, ਆਪਰੇਸ਼ਨ ਤੋਂ ਬਚਣਾ ਹੈ, ਤਾਂ ਹੋਮਿਓਪੈਥਿਕ ਮੈਡੀਸਿਨਸ ਲੈ ਲਓ। ਤਾਂ ਇਹ ਤਾਂ ਕਲੀਅਰ ਹੀ ਹੈ ਕਿ ਇਹ ਸਰਜਰੀਜ਼ ਨੂੰ ਰੋਕਦੀ ਹੈ। ਬਹੁਤ ਸਾਰੇ ਕੇਸਿਸ ਨੇ ਜਿਹਦੇ ਵਿੱਚ ਪੱਥਰੀਆਂ ਹੋ ਗਈਆਂ, ਜਿੱਦਾਂ ਮੈਂ ਤੁਹਾਨੂੰ ਹੁਣੇ ਦੱਸਿਆ ਹੈ, ਇਹ ਸਾਰਿਆਂ ਦੇ ਵਿੱਚ ਹੋਮਿਓਪੈਥੀ ਉਹਨਾਂ ਨੂੰ ਠੀਕ ਕਰਦੀ ਹੈ ਵਿਦਆਊਟ ਸਰਜਰੀ। ਜੀ, ਤੇ ਜਿਸ ਤਰ੍ਹਾਂ ਬਾਕੀ ਦਵਾਈਆਂ ਅਸੀਂ ਖਾਂਦੇ ਉਹਦੇ ਵਿੱਚ ਐਕਸਪਾਇਰੀ ਹੁੰਦੀ ਹੈ ਕਿ ਇਹ ਦਵਾਈ ਜਿਹੜੀ ਹੈ ਉਹਦੀ ਇੰਨੀ ਮਿਆਦ ਹੈ, ਇੰਨੀ ਦੇਰ ਤੋਂ ਬਾਅਦ ਇਹ ਖਰਾਬ ਹੋ ਜਾਏਗੀ, ਤੇ ਹੋਮਿਓਪੈਥੀ ਮੈਡੀਸਿਨਸ ਦੇ ਵਿੱਚ ਵੀ ਇਦਾਂ ਹੁੰਦਾ? ਨਹੀਂ ਜੀ, ਇਹਦੇ ਵਿੱਚ ਨਾ ਲਿਖਿਆ ਜ਼ਰੂਰ ਹੁੰਦਾ ਹੈ, ਜਿੱਦਾਂ ਹੁਣ ਜਿਹੜੇ ਪੇਟੈਂਟਸ ਬਣ ਰਹੇ ਨੇ ਨਾ ਉਹਨਾਂ ਦੇ ਉੱਪਰ ਮੈਂਸ਼ਨ ਹੁੰਦਾ ਹੈ ਔਰ ਉਹਨਾਂ ਦੀ ਐਕਸਪਾਇਰੀ ਹੁੰਦੀ ਹੈ, ਕਿਉਂਕਿ ਉਹ ਕੰਬੀਨੇਸ਼ਨਸ ਕਰਕੇ ਬਣਾ ਰਹੇ ਆ। ਬਟ ਜਿਹੜੀਆਂ ਮਤਲਬ ਪਿਓਰ ਹੋਮਿਓਪੈਥਿਕ ਮੈਡੀਸਿਨਸ ਨੇ ਨਾ, ਜਿਹੜੀ ਪੋਟੈਂਟਾਈਜ਼ ਹੋਮਿਓਪੈਥਿਕ ਮੈਡੀਸਿਨਸ ਨੇ, ਉਹਨਾਂ ਦੀ ਕੋਈ ਐਕਸਪਾਇਰੀ ਨਹੀਂ ਹੁੰਦੀ।
ਉਹ ਸਾਡੇ ਕੋਲ ਕੁਝ ਡਾਕਟਰਸ ਐਸੇ ਨੇ ਕੈਲਕੱਟਾ ਵਾਲੀ ਸਾਈਡ ਬੈਠੇ ਨੇ, ਉਹਨਾਂ ਕੋਲ 50-50 ਸਾਲ ਦੀਆਂ ਪੁਰਾਣੀਆਂ ਪਈਆਂ ਨੇ ਮੈਡੀਸਿਨ। ਅੱਛਾ। ਔਰ ਉਹ ਓਨੀਆਂ ਪਾਵਰਫੁਲ ਹੁੰਦੀਆਂ ਨੇ, ਜ਼ਿਆਦਾ ਇਫੈਕਟਿਵ ਹੁੰਦੀਆਂ ਨੇ। ਜਿਹੜੀ ਪੋਟੈਂਟਾਈਜ਼ ਡਰੱਗਸ ਨੇ ਉਹਦੀ ਕੋਈ ਐਕਸਪਾਇਰੀ ਨਹੀਂ ਹੈ। ਜਿਹੜੇ ਪੇਟੈਂਟਸ ਆ ਰਹੇ ਨੇ, ਕੰਬੀਨੇਸ਼ਨਸ ਆ ਰਹੇ ਨੇ, ਹੋਰ ਬਲਾਲ ਆ ਰਿਹਾ, ਉਹਨਾਂ ਸਾਰਿਆਂ ਦੀ ਐਕਸਪਾਇਰੀ ਡੇਟ ਹੈ ਜੀ। ਤੇ ਡਾਕਟਰ ਸਾਹਿਬ ਨਾਲ ਹੀ ਤੁਹਾਡੇ ਤੋਂ ਇਹ ਜਾਣਾਂਗੇ ਕਿ ਲਗਾਤਾਰ ਵਰਲਡ ਹੋਮਿਓਪੈਥੀ ਡੇ ਤੇ ਅਸੀਂ ਹੋਮਿਓਪੈਥੀ ਬਾਰੇ ਗੱਲਬਾਤ ਕਰ ਰਹੇ ਹਾਂ, ਤੇ ਹੋਮਿਓਪੈਥੀ ਮੈਡੀਸਨ ਜੇ ਅਸੀਂ ਅਪਣਾਉਂਦੇ ਹਾਂ ਤੇ ਹੋਰ ਕੀ ਫਾਇਦੇ ਸਾਨੂੰ ਹੋ ਸਕਦੇ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਹੋਮਿਓਪੈਥੀ ਦਾ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਅੱਛਾ ਹੈਗਾ ਪੁਆਇੰਟ ਕਿ ਜੀ ਜੇ ਇਹ ਅਸਰ ਨਹੀਂ ਕਰਦੀ ਨਾ ਤੇ ਇਹ ਸਾਈਡ ਇਫੈਕਟ ਵੀ ਨਹੀਂ ਕਰਦੀ। ਬਟ ਇਹਦੇ ਵਿੱਚੋਂ ਮੈਨੂੰ ਜਦੋਂ ਕੋਈ ਵੀ ਆ ਕੇ ਇਹ ਚੀਜ਼ ਕਹਿੰਦਾ ਹੈ ਕਿ ਮੈਮ ਚਲੋ ਕੋਈ ਨਹੀਂ, ਇਹਦਾ ਸਾਈਡ ਇਫੈਕਟ ਤਾਂ ਕੋਈ ਨਹੀਂ ਹੈਗਾ, ਜੇ ਅਸਰ ਵੀ ਲੇਟ ਆ ਨਾ ਤੇ ਸਾਈਡ ਇਫੈਕਟ ਵੀ ਕੋਈ ਨਹੀਂ ਹੈਗਾ, ਤੇ ਮੈਂ ਕਲੀਅਰ ਕਰਦੀ ਹੁੰਦੀ ਹਾਂ ਕਿ ਅਸਰ ਤਾਂ ਹੈ 101% ਹੈ, ਤੇ ਉਸੇ ਦੂਸਰੇ ਤਰੀਕੇ ਨਾਲ ਇਹਦਾ ਸਾਈਡ ਇਫੈਕਟ ਵੀ ਕੋਈ ਨਹੀਂ ਹੈ। ਠੀਕ ਹੈ, ਸਭ ਤੋਂ ਪਹਿਲਾਂ ਇਹਦਾ ਇਹੀ ਹੈ ਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਉਹਦਾ ਰੀਜ਼ਨ ਜਾਣ ਲਓ। ਉਹ ਅਸੀਂ ਇਦਾਂ ਹੀ ਨਹੀਂ ਕਹਿੰਦੇ ਕਿ ਜੀ ਸਾਡੀਆਂ ਮੈਡੀਸਿਨਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ, ਸਾਈਡ ਇਫੈਕਟ ਨਹੀਂ। ਉਹਦਾ ਰੀਜ਼ਨ ਇਹ ਹੈ ਜੋ ਮੈਂ ਪਹਿਲਾਂ ਦੱਸਿਆ ਸੀ ਕਿ ਅਸੀਂ ਡੋਜ਼ ਹੀ ਬਹੁਤ ਮਾਈਨਿਊਟ ਦਿੱਤੀ ਤੁਹਾਨੂੰ, ਉਹਦਾ ਕੀ ਸਾਈਡ ਇਫੈਕਟ ਹੋਏਗਾ? ਇੰਨੀ ਮਾਈਨਿਊਟ ਡੋਜ਼ ਦਿੱਤੀ, ਉਹਦੀ ਰਿਪੀਟੀਸ਼ਨ ਉਸ ਦੇ ਅਕੋਰਡਿੰਗ ਕੀਤੀ, ਟਾਈਮ ਤੇ ਜਾ ਕੇ ਅਸੀਂ ਮੈਡੀਸਿਨ ਬੰਦ ਕਰ ਦਿੱਤੀ, ਤੁਹਾਨੂੰ ਓਵਰ ਡਰੱਗਿੰਗ ਨਹੀਂ ਕੀਤੀ ਗਈ, ਕੋਈ ਮੈਸਿਵ ਤੁਹਾਨੂੰ ਸਬਸਟੈਂਸ ਨਹੀਂ ਦਿੱਤਾ ਗਿਆ ਜਿਹਦੇ ਕਰਕੇ ਉਹਦਾ ਕੋਈ ਸਾਈਡ ਇਫੈਕਟ ਤੁਹਾਡੀ ਬਾਡੀ ਤੇ ਆਣਾ ਹੀ ਨਹੀਂ ਹੈ। ਤੇ ਦੂਸਰੇ ਨੰਬਰ ਤੇ ਸਾਡੀਆਂ ਮੈਡੀਸਿਨਸ ਇਦਾਂ ਕੰਮ ਹੀ ਨਹੀਂ ਕਰਦੀਆਂ। ਮੰਨ ਲਓ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਸੀ, ਲੂਜ਼ ਮੋਸ਼ਨ ਦੇ ਲਈ ਉਹ ਮੈਡੀਸਿਨ ਦਿੱਤੀ ਜਿਹਨੇ ਸਾਡੇ ਇੰਟੈਸਟਾਈਨ ਦੇ ਪੈਰੀਸਟਾਲਟਿਕ ਮੂਵਮੈਂਟਸ ਹੁੰਦੇ ਆ ਉਹਨਾਂ ਨੂੰ ਰੋਕਤਾ, ਲੂਜ਼ ਮੋਸ਼ਨ ਰੁਕ ਗਈ, ਸਾਨੂੰ ਕਨਸਟੀਪੇਸ਼ਨ ਹੋ ਗਈ। ਅਸੀਂ ਉੱਦਾਂ ਦੀ ਮੈਡੀਸਿਨ ਹੀ ਨਹੀਂ ਦਿੱਤੀ, ਸਾਡੀ ਲੂਜ਼ ਮੋਸ਼ਨ ਰੁਕ ਕੇ ਕਨਸਟੀਪੇਸ਼ਨ ਹੋਣੀ ਨਹੀਂ ਹੈ। ਕਨਸਟੀਪੇਸ਼ਨ ਇਜ਼ ਇਹ ਵੀ ਇੱਕ ਸਾਈਡ ਇਫੈਕਟ ਹੈ ਇੱਕ ਤਰ੍ਹਾਂ ਨਾਲ, ਇਸ ਕਰਕੇ ਸਾਡੀਆਂ ਮੈਡੀਸਿਨਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਦੂਸਰੇ ਨੰਬਰ ਤੇ ਇਹ ਬਿਮਾਰੀ ਨੂੰ ਜੜ ਤੋਂ ਖਤਮ ਕਰਦੀਆਂ ਨੇ। ਇਹ ਸਾਰੇ ਇਹਨਾਂ ਦੇ ਬੈਨੀਫਿਟਸ ਹੈ ਹੋਮਿਓਪੈਥੀ ਦੇ। ਜੀ, ਮਤਲਬ ਹੋਮਿਓਪੈਥੀ ਮੈਡੀਸਿਨਸ ਜੇ ਅਸੀਂ ਖਾਂਦੇ ਆ ਤੇ ਲਗਾਤਾਰ ਉਸ ਦਾ ਸਾਨੂੰ ਫਾਇਦਾ ਹੀ ਹੁੰਦਾ ਹੈ। ਫਾਇਦਾ ਹੀ ਫਾਇਦਾ। ਡਾਕਟਰ ਸਾਹਿਬ, ਅੱਜ ਵਰਲਡ ਹੋਮਿਓਪੈਥੀ ਡੇ ਹੈ ਤੇ ਦਰਸ਼ਕਾਂ ਨੂੰ ਕੋਈ ਸੁਨੇਹਾ ਵੀ ਤੁਸੀਂ ਜ਼ਰੂਰ ਦਿਓ। ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਹੋਮਿਓਪੈਥੀ ਬਾਰੇ ਪਹਿਲਾਂ ਤਾਂ ਸਟੱਡੀ ਕਰੋ, ਉਹਨੂੰ ਜਾਣਨ ਦੀ ਕੋਸ਼ਿਸ਼ ਕਰੋ, ਆਪਣੇ ਆਸੇ-ਪਾਸੇ ਕਿਸੇ ਡਾਕਟਰਸ ਤੋਂ ਪੁੱਛੋ ਕਿ ਐਕਚੁਅਲ ਦੇ ਵਿੱਚ ਹੋਮਿਓਪੈਥੀ ਹੈ ਕੀ ਹੈ, ਔਰ ਗਲਤ ਜੋ ਹੋਮਿਓਪੈਥੀ ਹੈ ਉਸ ਤੋਂ ਮੈਂ ਸਾਰਿਆਂ ਨੂੰ ਕਹਾਂਗੀ ਕਿ ਬਚੋ, ਕਿਉਂਕਿ ਉਸ ਦੀ ਵਜ੍ਹਾ ਕਰਕੇ ਹੋਮਿਓਪੈਥੀ ਆਪਣਾ ਅਸਲੀ ਰੰਗ ਨਹੀਂ ਦਿਖਾ ਪਾਉਂਦੀ। ਹੋਮਿਓਪੈਥੀ ਦੇ ਵਿੱਚ ਮਿਰੈਕਲਸ ਹੁੰਦੇ ਨੇ ਜਿਹਨੂੰ ਜਾਦੂ ਕਹਿੰਦੇ ਆ ਨਾ। ਅਸੀਂ ਆਪਣੀ ਲਾਈਫ 'ਚ, ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਕਈ ਵਾਰੀ ਕੇਸ ਦੇਖਦੀ ਹਾਂ, ਮੈਂ ਕਹਿੰਦੀ ਇਹ ਹੋ ਹੀ ਨਹੀਂ ਸਕਦਾ ਸੀ, ਕਿੱਦਾਂ ਹੋ ਗਿਆ। ਖੁਦ ਕਈ ਵਾਰੀ ਸੋਚੀਦਾ ਕਿ ਇੰਨੀ ਵਧੀਆ ਮਤਲਬ ਸਾਨੂੰ ਪੈਥੀ ਦੇ ਵਿੱਚ ਆਉਣ ਦਾ ਮੌਕਾ ਮਿਲਿਆ, ਤਾਂ ਇਸ ਲਈ ਤੁਸੀਂ ਸਹੀ ਹੋਮਿਓਪੈਥੀ ਚੂਜ਼ ਕਰੋ। ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਹੋਮਿਓਪੈਥੀ ਬਾਰੇ ਤੁਸੀਂ ਬਹੁਤ ਕੁਝ ਦੱਸਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਮੇਗਾ ਜੀ, ਥੈਂਕ ਯੂ, ਸ਼ੁਕਰੀਆ।